तेग बहादुर चंद मैं अमृत ज्ञान है वैराग गुरु ग्रंथ साहिब उदत बंधु करे अनुराग जीते पंच वैराग सतनाम श्री वाहिगुरु साहिब जीओ जगत तेज जिन कांत अनुपम विष्णु तारे हेर जिस रूपा जनमत मृग बाल मुस्काई शगन कुशगन न जान्यो जाई देवता तेज जय कांत अनुपम परम सत्कार योग परम सम्मान योग चवर छतर तख्त के मालिक वालिए कुल आलम मुजस्मे आबे हयात बानी दे बोहित सरवरे कायनात धन धन गुरु ग्रंथ साहिब जी महाराज तिन्हां दी पावन पवित्र हजूरी दे विच महापुरुषां दे वल्लों वरसोए हुए अस्थान सचखंड श्री ईश्वर दरबार जी विखे शनिश्चरवार दे दीवाना दी हाजरी पर रहे सतसंगी जनों आओ सब तो पहला धन धन गुरु गोबिंद सिंह जी महाराज तिन्हां वल्लों बख्शिश फतेह दे नाल रल मिल के सांझ पाइए जी। वाहिगुरु जी का खालसा वाहिगुरु जी की फतेह। पिछले प्रसंग दे विच आप जी ने इस अस्थान के बहुत ही सत्कारयोग भाई साहब भाई जसविंदर सिंह जी कोलों धन धन गुरु नानक देव जी महाराज जी का अवतार धरना इस रूहे जमीन ते आना ये प्रसंग आप जी सुन चुके हो। एक मैं छोटी जी बेनती करना चाहांगा, जदों गुरु नानक देव जी महाराज इस रूहे जमीन ते आए हैं, कवि ने बहुत वधिया राय भोई दी तलवंडी का जिहड़ा प्रसंग है, जिहड़ा चित्रण है, वो उसने चित्रिया है। वो ये कहता है कि बदल आ रहे हैं और संगत दी मर्जी दे नाल बारिश हो रही है। बड़े ध्यान दे नाल इस गल्लां तो बदल आ रहे हैं, लेकिन संगत दी उत्थों दे रहन वाले जिहड़े लोग हैं, जिहड़े लुकाई हैं, उन्हां दी मर्जी दे नाल बारिश हो रही है और उत्थों दी जिहड़ी हवा है, उत्थों दी जिहड़ी पौन है, वो आम पौन नहीं है। अज उस हवा दे विच एक खास किस्म दी सुगंधी है, एक खास किस्म दी सुगंधी जिहड़ी है वो उस हवा दे विच जिहड़ी है वो चल रही है। अज दा जो प्रसंग है ये धन धन गुरु नानक देव जी महाराज दे स्वरूप दी व्याख्या करता है और दूसरा नाल ही फिर शुरू होवेगा धन धन गुरु नानक देव जी महाराज जी का नामकरण। क्योंकि आप सब नूं पता कि आपां सारे संसारी जी बैठे हाँ, बच्चे दे आउण तो बाद बच्चे का नाम रखिया जाता है। उस तो बाद गुरु नानक देव जी के नामकरण की विचार कवि जी फरमाउंदे हन कि उन्हां दा जिहड़ा चेहरा है, उन्हां दा जिहड़ा रूहानियत भरिया चेहरा है, उहदे तो तेज प्रताप
ਉਹਦੇ ਤੋਂ ਖਾਸ ਕਿਸਮ ਦੀ ਰੋਸ਼ਨੀ, ਖਾਸ ਕਿਸਮ ਦਾ ਤੇਜ ਜਿਹੜਾ ਉਹ ਝਲਕ ਰਿਹਾ ਹੈ। ਦਿਸਣਾ ਧਾਰੇ ਰੇ ਜਿਸ ਰੂਪਾ। ਦਾਈ ਜਿਹੜੀ ਹੈ ਉਹ ਉਹਨਾਂ ਦਾ ਸੁੰਦਰ ਰੂਪ ਦੇਖ ਕੇ ਵਿਸਮਾਦ ਵਿੱਚ ਆ ਗਈ ਹੈ। ਅੱਗੇ ਦੇਖਾਂਗੇ ਆਪਾਂ ਵੀ ਦਾਈ ਕੀ ਵਿਚਾਰ ਕਰਦੀ ਹੈ। ਜਦੋਂ ਪੰਡਤ ਹਰਦਿਆਲ ਜੀ ਆਉਂਦੇ ਹਨ, ਦਾਈ ਨੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਵਰੂਪ ਦੇਖਿਆ, ਔਰ ਵੈਸੇ ਤੇ ਇੱਕ ਵਿਦਵਾਨ ਨੇ ਇੱਥੋਂ ਤੱਕ ਲਿਖਿਆ ਵੀ ਜਦੋਂ ਦਾਈ ਨੇ ਗੁਰੂ ਨਾਨਕ ਦੇਵ ਜੀ ਦੇ ਸਰੀਰ ਨੂੰ ਸਪਰਸ਼ ਕੀਤਾ ਨਾ, ਤੇ ਜਿਹੜੀ ਉਹਦੀ ਮੰਗ ਸੀ ਨਾ ਕਿ ਮਹਿਤਿਆ, ਜੇ ਤੇਰੇ ਘਰ ਪੁੱਤਰ ਨੇ ਜਨਮ ਲਿਆ, ਨਾ ਮੇਰਾ ਦੌਲਤਾ ਰੱਖਿਆ, ਦੌਲਤ ਮੈਂ ਨਹੀਂ ਦੇਖ ਸਕੀ, ਤੇ ਮੈਂ ਤੇਰੇ ਅੱਗੇ ਬੇਨਤੀ ਕਰਦੀ ਹਾਂ, ਮੈਨੂੰ ਦੌਲਤ ਦੇ ਨਾਲ ਰਜਾ ਦੇਵੀ। ਘਰਦਿਆਂ ਨੇ ਨਾਮ ਦੌਲਤਾ ਰੱਖਿਆ, ਪਰ ਦੌਲਤ ਦੇ ਅੱਜ ਤੱਕ ਮੈਂ ਦਰਸ਼ਨ ਨਹੀਂ ਕੀਤੇ। ਤੇ ਜਦੋਂ ਫਿਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਪਰਸ਼ ਕੀਤਾ ਨਾ, ਜਦੋਂ ਉਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਉਹਨਾਂ ਨੇ ਪਕੜਿਆ, ਤੇ ਉਹਨਾਂ ਦੀ ਅਵਸਥਾ ਬਣ ਗਈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਕੁਝ ਜਿਹੜੀਆਂ ਇਛਾਵਾਂ ਸੀ ਨਾ ਉਹ ਖਤਮ ਹੋ ਗਈਆਂ। ਅੱਜ ਦਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਵਰੂਪ ਨੂੰ ਦੇਖ ਕੇ ਵਿਸਮਾਦ ਵਿੱਚ ਆ ਰਹੀ ਹੈ। ਜੰਮਦਿਆਂ ਹੀ, ਜਨਮ ਹੁੰਦਿਆਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਿਹਰੇ ਦੇ ਉੱਪਰ ਮੁਸਕਾਨ ਹੈ। ਹਾਂਜੀ, ਕੋਈ ਸ਼ਗਨ ਤੇ ਕੋਈ ਕੁਸ਼ਗਨ। ਵੈਸੇ ਮੈਂ ਬੇਨਤੀ ਕਰਾਂ, ਸ਼ਗਨ ਅਪਸ਼ਗਨ ਤਿਸ ਕਉ ਲੱਗੇ ਜਿਸ ਚੀਤ ਨਾ ਆਵੇ। ਸਿੱਖ ਸ਼ਗਨਾਂ ਤੇ ਅਪਸ਼ਗਨਾਂ 'ਚ ਨਹੀਂ ਪੈਂਦਾ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਹੈ। ਸਾਡੇ ਵੀ ਕਹਿੰਦੇ ਨਾ, ਮੁੰਡੇ ਦਾ ਵਿਆਹ ਕਰਨਾ ਤੇ ਬਾਪੂ ਲਾਲ ਰੰਗ ਦੀ ਤੜਾਗੀ ਬਣ ਕੇ ਘੁੰਮਦਾ, ਪੁੱਛੀਏ ਕਿਉਂ? ਕਹਿੰਦਾ ਜੀ ਸ਼ਗਨ ਹੈ ਜੀ ਸਾਡੇ ਹੋਇਆ। ਬਾਣੀ ਕਹਿੰਦੀ ਹੈ ਸ਼ਗਨ ਅਪਸ਼ਗਨ ਤਿਸ ਕਉ ਲੱਗੇ ਜਿਸ ਚੀਤ ਨਾ ਆਵੇ। ਸ਼ਗਨ ਅਪਸ਼ਗਨਾਂ 'ਚ ਉਹ ਪੈਂਦਾ ਜਿਹੜਾ ਪਰਮਾਤਮਾ ਤੋਂ ਟੁੱਟਿਆ ਹੋਇਆ, ਤੇ ਸਿੱਖ ਨੇ ਤੇ ਪਰਮਾਤਮਾ ਤੋਂ ਟੁੱਟਣਾ ਹੀ ਨਹੀਂਗਾ। ਸਿੱਖ ਦੀ ਤੇ ਪਰਿਭਾਸ਼ਾ ਹੀ ਇਹੋ ਹੀ ਹੈਗੀ ਹੈ ਕਿ ਸਿੱਖ ਜਿਹੜਾ ਉਹ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਗੱਡੀ ਆਪਣੇ ਭਾਣੇ ਵਿੱਚ ਮਰਜ਼ੀ ਨਾਲ ਚਲਾਓ, ਰੋਡ ਤੇ ਐਕਸੀਡੈਂਟ ਹੋ ਜਾਂਦਾ। ਜਦੋਂ ਉਹਨਾਂ ਦੇ ਅਸੀਂ ਇਸ਼ਾਰੇ ਦੇਖਦੇ ਹਾਂ, ਸਾਰਾ ਕੁਝ ਰੂਲ ਫੋਲੋ ਕਰਦੇ ਹਾਂ, ਅਸੀਂ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ। ਗੁਰ ਮਹਾਰਾਜ ਕਹਿੰਦੇ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ। ਮਹਾਰਾਜ ਇੱਥੇ ਫਰਮਾਉਂਦੇ ਹੈ, ਕਵੀ ਜੀ ਫਰਮਾ ਰਹੇ ਹਨ ਕਿ ਜਿਹੜਾ ਬੱਚਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਹਨ, ਉਹਨਾਂ ਤੇ ਕੋਈ ਸ਼ਗਨ ਤੇ ਅਪਸ਼ਗਨਾਂ ਦਾ ਕੋਈ ਨਹੀਂ ਹੈ। ਦਾਈ ਕਹਿ ਰਹੀ ਹੈ, ਕਹਿੰਦੀ ਮੈਂ ਬੱਚੇ ਦੇਖੇ ਆ ਬਹੁਤ, ਪਰ ਜਿਹੜੇ ਜੰਮਦੇ ਆਉਂਦੇ ਆ ਉਹ ਰੋਂਦੇ ਆਉਂਦੇ ਆ। ਰੋਂਦੇ ਕਿਉਂ ਹੈ? ਭਾਈ ਗੁਰਦਾਸ ਨੂੰ ਪੁੱਛਣਾ ਪਏਗਾ। ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ। ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਦੀ ਬਾਣੀ ਵਿੱਚ ਪਹਿਰਿਆਂ 'ਚ ਪੜ੍ਹ ਕੇ ਦੇਖੋ, ਮਹਾਰਾਜ ਕਹਿੰਦੇ ਪਹਿਲੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਘਰਬਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ ਬਖਾਣੇ। ਉਲਟਾ ਹੈ ਤੂੰ ਮਾਂ ਦੇ ਗਰਭ ਦੇ ਵਿੱਚ, ਖਸਮ ਸੇਤੀ ਅਰਦਾਸ ਬਖਾਣੇ, ਉਰਦ ਧਿਆਨ ਲਿਵ ਲਾਗਾ। ਆ ਜਿਹੜਾ ਲਿਵ ਸੀ ਨਾ, ਜਿਹਨੂੰ ਗੁਰੂ ਅਮਰਦਾਸ ਜੀ ਕਹਿੰਦੇ ਆ ਲਿਵ ਛੁੜਕੀ ਟੁੱਟ ਗਈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਭਾਈ ਗੁਰਦਾਸ ਜੀ ਕਹਿੰਦੇ ਰੋਵੇ ਰਤਨ ਗਵਾਏ ਕੈ। ਉਹ ਜਿਹੜਾ ਰਤਨ ਸੀ ਨਾ ਲਿਵ ਵਾਲਾ, ਟੁੱਟ ਗਿਆ ਉਹਦਾ। ਕਹਿੰਦੇ ਮਾਇਆ ਮੋਹ ਅਨੇਰ ਗੁਬਾਰਾ, ਉਹ ਰੋਵੇ ਦੁੱਖ ਆਪਣਾ। ਉਹ ਵਿਚਾਰਾ ਆਪਣਾ ਦੁੱਖ ਰੋ ਰਿਹਾ, ਘਰ ਵਾਲੇ ਲੱਡੂ ਵੰਡੀ ਫਿਰਦੇ ਹੈਗੇ ਆ। ਹੱਸ ਪਵੇ ਬਹੁ ਪਰਿਵਾਰਾ, ਘਰ ਦੇ ਕਹਿੰਦੇ ਮੁੰਡਾ ਹੋ ਗਿਆ, ਉਹ ਵਿਚਾਰਾ ਰੋ ਰਿਹਾ। ਤੇ ਅਸੀਂ ਕਹਿੰਦੇ, ਮੈਂ ਇੱਕ ਬੇਨਤੀ ਕਰਾਂ ਆਪ ਜੀ ਨੂੰ, ਮਹਾਂਪੁਰਸ਼ਾਂ ਦਾ ਮੇਰੇ ਤੇ ਵੀ ਬਹੁਤ ਜ਼ਿਆਦਾ ਅਸਰ ਹੈ ਜੀ। ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸਾਖੀ ਸੁਣਾਵਾਂਗਾ ਜਿਹੜੀ ਮੇਰੇ ਨਾਲ ਘਟੀ ਹੈ, ਕਿਉਂਕਿ ਇੱਕ ਹੁੰਦੀ ਹੈ ਸੁਣਾਈ ਗਈ ਗੱਲ। 1971 ਦੇ ਵਿੱਚ ਮੇਰਾ ਜਨਮ ਹੋਇਆ ਜੀ, ਤੇ ਮੈਂ ਨਾ ਰੋਇਆ ਤੇ ਨਾ ਹੱਸਿਆ ਜੀ, ਸਿੱਧੀ ਗੱਲ। ਤੇ ਘਰਦਿਆਂ ਨੂੰ ਪੰਗਾ ਪੈ ਗਿਆ ਵੀ ਰੋਇਆ ਨਹੀਂ,
ਤੇ ਦਾਦੀ ਵਿਚਾਰੀ ਕਿਸੇ ਗੁਆਂਢੀਆਂ ਦੇ ਸਾਈਕਲ ਤੇ ਮੁੰਡੇ ਨੂੰ ਲੈ ਕੇ ਸਾਡੇ ਲਾਗੇ ਅਸਥਾਨ ਹੈ ਜੀ ਮਕਸੂਦਪੁਰ, ਸੰਤ ਬਾਬਾ ਰੋਸ਼ਨ ਸਿੰਘ ਜੀ, ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮੈਦਾਨ ਵਾਲੇ, ਉਹਨਾਂ ਦਾ ਅਸਥਾਨ ਹੈ। ਇਸ ਵੇਲੇ ਗੱਦੀ ਤੇ ਵਿਰਾਜਮਾਨ ਹੈਗੇ ਸੰਤ ਬਾਬਾ ਰੋਸ਼ਨ ਸਿੰਘ ਜੀ। ਉਹਨਾਂ ਕੋਲ ਆਏ ਆ, ਕਹਿੰਦੀ ਬਾਬਾ ਜੀ ਜੇ ਦੇਣਾ ਸੀਗਾ ਤੇ ਸਵਾਦ ਦਾ ਦਿੰਦੇ, ਰੋਇਆ ਨਹੀਂ। ਉਹ ਤੇ ਚਲੋ ਜਦੋਂ ਮਹਾਂਪੁਰਸ਼ਾਂ ਨਾਲ ਪਿਆਰ ਪੈ ਜਾਵੇ ਫਿਰ ਆਪਾਂ ਉਹਨਾਂ ਨਾਲ ਖੁੱਲੀਆਂ ਗੱਲਾਂ ਕਰਦੇ। ਦਾਦੀ ਜੀ ਨੇ ਆ ਕੇ ਕਿਹਾ ਵੀ ਜੇ ਦੇਣਾ ਸੀਗਾ ਤੇ ਸਵਾਦ ਦਾ ਦਿੰਦੇ, ਉਹ ਤੇ ਰੋਇਆ ਨਹੀਂ, ਉਹ ਤੇ ਬੋਲਿਆ ਨਹੀਂ। ਤੇ ਮਹਾਂਪੁਰਸ਼ ਉਦੋਂ ਪਤਾ ਕੀ ਕਰਦੇ ਸੀ, ਮਹਾਂਪੁਰਸ਼ ਨਾ ਇੱਕ ਕਾਗਜ਼ ਦਿੰਦੇ ਸੀ, ਕਾਗਜ਼ ਤੇ ਸਤਨਾਮ ਵਾਹਿਗੁਰੂ ਲਿਖਿਆ ਹੁੰਦਾ ਸੀਗਾ। ਕਹਿੰਦੇ ਤੂੰ ਕਹਿੰਦੀ ਆ ਰੋਇਆ ਨਹੀਂ, ਆ ਪਰਚੀ ਦੇ ਦੀ ਉਹਨੂੰ, ਕਹਿੰਦੇ ਪਾਣੀ ਵਿੱਚ ਭਿਉਂ ਕੇ ਪਿਲਾ ਦੀ, ਕਹਿੰਦੇ ਉਹਦੀ ਜ਼ੁਬਾਨ ਹੀ ਨਹੀਂ ਚੁੱਪ ਕਰਨੀ, ਕਹਿੰਦੇ ਤੂੰ ਕਹਿੰਦੀ ਰੋਇਆ ਨਹੀਂ, ਬੋਲਿਆ ਨਹੀਂ, ਕਹਿੰਦੇ ਆ ਪਾਣੀ ਵਿੱਚ ਘੋਲ ਕੇ ਉਹਨੂੰ ਪਿਲਾ ਦੀ, ਉਹਦੀ ਜ਼ੁਬਾਨ ਨਹੀਂ ਬੰਦ ਕਰਨੀ। ਮੈਂ ਬੰਗਲਾ ਸਾਹਿਬ ਕਥਾ ਕਰਾਂ ਤਾਂ ਵੀ 5 ਮਿੰਟ ਦੀ ਅਵੱਗਿਆ ਹੋ ਜਾਂਦੀ ਹੈ, ਉੱਥੋਂ ਦੇਖਣ ਲੱਗ ਪੈਂਦੀ ਹੈ ਵੀ ਹਟਿਆ ਨਹੀਂ ਅਜੇ ਤੱਕ। ਤੇ ਜੇ ਲੋਕਲ ਤੇ ਫਿਰ ਆਪਾਂ ਜੇ ਕਥਾ ਕਰੀਏ ਉੱਥੇ ਵੀ 5-7 ਮਿੰਟ ਦੀ ਅਵੱਗਿਆ, ਤੇ ਅੱਜ ਵੀ ਹੋ ਜਾਣੀ ਹੈ। ਵੈਸੇ ਮੈਂ ਪਹਿਲਾਂ ਹੀ ਤੁਹਾਨੂੰ ਦੱਸਦਾ, ਕਹਿੰਦੇ ਤੂੰ ਕਹਿੰਦੀਆਂ ਰੋਇਆ ਨਹੀਂ, ਆ ਜਿਹੜੀ ਰੱਖ ਹੈ ਸਤਨਾਮ ਵਾਹਿਗੁਰੂ ਘੋਲ ਕੇ ਪਿਲਾ ਦੀ, ਜਦੋਂ ਸਟੇਜ ਤੇ ਬਹਿ ਜਾਊਗਾ ਇਹਦੀ ਜ਼ੁਬਾਨ ਹੀ ਨਹੀਂ ਕਹਿੰਦੇ ਬੰਦ ਹੋਣੀ। ਅਨੰਤ ਬਾਲ ਜਨਮਤ ਸਭ ਰੋਤੇ, ਇਹ ਮਹਾਂਪੁਰਸ਼ਾਂ ਦਾ ਮਹਾਰਾਜ ਜੀ ਉਹਨਾਂ ਦਾ ਆਪਣਾ ਕਹਿ ਲਓ ਕਿ ਵਡੱਪਣ ਹੈ, ਉਹਨਾਂ ਦਾ ਆਸ਼ੀਰਵਾਦ ਹੈ। ਅਨੰਤ ਬਾਲ ਜਨਮਤ ਸਭ ਰੋਤੇ, ਬਿਕਸਤ ਇਵ ਜਿਵ ਆਨੰਦ ਹੋਤੇ। ਤੇ ਗੁਰੂ ਨਾਨਕ ਦੇਵ ਜੀ ਇਤਨੇ ਖੁਸ਼ੀ ਵਿੱਚ ਹਨ ਜਿਵੇਂ ਆਨੰਦ ਵਿੱਚ ਆਏ ਹਨ। ਔਰ ਮੈਂ ਬੇਨਤੀ ਕਰਦਿਆਂ, ਆਨੰਦ ਕਦੀ ਵੀ ਸਾਧ ਸੰਗਤ ਜੀ ਗੁਰੂ ਤੋਂ ਬਗੈਰ ਨਹੀਂ ਮਿਲਦਾ। ਮੈਂ ਹੁਣ ਇਸ ਵਿਸ਼ੇ ਨੂੰ ਨਾ ਖੋਲਾਂ, ਇੱਕੋ ਹੀ ਗੱਲ ਕਹਿ ਕੇ ਕਵਾਂ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਹਾਂਜੀ, ਹੁਣ ਜਿਨ੍ਹਾਂ ਦੀ ਬੁੱਧੀ ਨਹੀਂ ਹੈਗੀ ਉਹਨਾਂ ਨੂੰ ਕੀ ਪਤਾ ਜੀ ਵੀ ਇਹ ਮਹਾਰਾਜ ਕਿਉਂ ਹੱਸੇ ਹਨ, ਰੋਏ ਨਹੀਂ ਹਨ। ਜਿਨ੍ਹਾਂ ਦੀ ਬੁੱਧੀ ਨਹੀਂ, ਜਿਨ੍ਹਾਂ ਦਾ ਦਿਮਾਗ ਨਹੀਂ, ਜਿਨ੍ਹਾਂ ਦੀ ਸੁਰਤ ਨਹੀਂ ਚੜੀ ਹੋਈ, ਉਹਨਾਂ ਨੂੰ ਕੀ ਪਤਾ ਹੈ, ਉਹ ਕੀ ਇਸ ਗੱਲ ਦਾ ਬਿਆਨ ਕਰ ਸਕਦੇ ਹਨ। ਇਹਨਾਂ ਨੂੰ ਜਨਮ ਤੇ ਮਰਨ ਦੀ ਕੋਈ ਪੀੜਾ ਨਹੀਂ ਹੈ। ਕਿਉਂਕਿ ਕਹਿਣ ਤੋਂ ਭਾਵ ਮਾਤਾ ਨੂੰ ਵੀ ਜਦੋਂ ਨਾਨਕ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਦੋਂ ਆਗਮਨ ਹੋਇਆ, ਉਹਨਾਂ ਦੀ ਮਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਪੀੜਾ ਨਹੀਂ ਹੋਈ। ਦਾਸੀ ਦੌੜ ਕੇ ਕਾਲੂ ਜੀ ਕੋਲ ਗਈ ਹੈ ਤੇ ਵਧਾਈ ਮੰਗਣ ਵਾਸਤੇ ਗਈ ਹੈ। ਤੁਹਾਡੇ ਘਰ ਦੇ ਵਿੱਚ ਬੜਾ ਸੁੰਦਰ ਪੁੱਤਰ ਦਾ ਜਨਮ ਹੋਇਆ ਹੈ, ਆਇਆ ਹੈ। ਜਾ ਕੇ ਕਹਿੰਦੀ ਰੱਬ ਦੀ, ਕਹਿੰਦੀ ਹੁਣ ਬੰਦਗੀ ਕਰ, ਰੱਬ ਨੂੰ ਕਹਿੰਦੇ ਯਾਦ ਕਰ, ਉਹਦੇ ਅੱਗੇ ਅਰਦਾਸਾਂ ਕਰ। ਇੱਕ ਮਿੰਟ ਅਸੀਂ ਕੀ ਕਰਦੇ ਹਾਂ? ਪੇਟੀਆਂ ਫੜ ਲਿਆਓ। ਆਹ ਸਾਡੇ ਵਿੱਚ ਫਰਕ ਹੈ। ਬੱਚਾ ਘਰ ਪੈਦਾ ਹੋਇਆ, ਪੇਟੀਆਂ ਫੜ ਲਿਆਓ। ਉਧਰੋਂ ਡੀਜੇ ਵਾਲਿਆਂ ਨੂੰ ਵੀ ਕਹਿ ਦਿਓ, ਪਾਗਲ ਹੋ ਜਾਂਦੇ ਆ, ਅੱਧੀ ਰਾਤ ਤੱਕ ਆਪ ਵੀ ਪਾਗਲ ਤੇ ਗੁਆਂਢੀਆਂ ਨੂੰ ਵੀ ਤੰਗ ਕਰਦੇ। ਲੇਕਿਨ ਇੱਥੇ ਦਾਈ ਵੀ, ਮੈਂ ਕਹਿੰਦਾ ਦਾਈ ਦਾ ਵੀ ਜੀਵਨ ਦੇਖੋ, ਜਿਹੜੀ ਕਹਿ ਰਹੀ ਹੈ ਜਾ ਕੇ ਰੱਬ ਦਾ ਨਾਮ ਲੈ, ਜਾ ਕੇ ਉਹਦੇ ਘਰ ਅਰਦਾਸ ਕਰ। ਜਦੋਂ ਇਹ ਪਤਾ ਲੱਗਾ ਵੀ ਘਰ ਦੇ ਵਿੱਚ ਮੇਰੇ ਪੁੱਤਰ ਪੈਦਾ ਹੋ ਗਿਆ, ਇਹ ਆਵਾਜ਼ ਉਹਨਾਂ ਦੇ ਕੰਨਾਂ 'ਚ ਬੈਨਾ ਦਾ ਖਰੀ ਅਰਥ ਹੈ ਆਵਾਜ਼ ਪਈ ਹੈ। ਮਨ ਦੇ ਵਿੱਚ ਪੂਰੇ ਜਗਤ ਦਾ, ਪੂਰੇ ਸੰਸਾਰ ਦਾ ਸੁੱਖ ਜਿਹੜਾ ਉਹ ਆ ਗਿਆ ਹੈ। ਜਿਵੇਂ ਇੱਕ ਗਰੀਬ ਦੇ ਘਰ ਕਲਪ ਬ੍ਰਿਸ਼ ਨੇ ਆ ਕੇ ਲੱਗ ਗਿਆ ਹੈ। ਕਲਪ ਬ੍ਰਿਸ਼ ਜਿਹੜਾ ਸਾਰੀਆਂ ਦੀਆਂ ਮੰਗਾਂ ਪੂਰੀਆਂ ਕਰਦਾ ਹੈ। ਉਸ ਦੇ ਹਿਰਦੇ ਦੇ ਵਿੱਚ ਇਹ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ। ਜਾ ਕਰਕੇ ਉਹਨਾਂ ਨੇ ਇਸ਼ਨਾਨ ਕੀਤਾ ਹੈ। ਜੋ ਵੀ ਉਸ ਸਮੇਂ ਉਹਨਾਂ ਦੇ ਰੀਤੀ ਰਿਵਾਜ ਸਨ, ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਆਪਣੇ ਕਾਰਜ ਕੀਤੇ ਹਨ। ਪਰਮਾਤਮਾ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਧਿਆਨ ਰੱਖਿਆ ਹੈ ਤੇ ਉਹਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੰਦਨਾ ਕਰ ਰਹੇ ਹਨ, ਬੇਨਤੀ ਕਰ ਰਹੇ ਹਨ।
ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ ਸੰਸਾਰ ਦੇ ਵਿੱਚ। ਸੁਖ ਦੇਵਨ ਭਗਤਨ ਪੁਨ ਧਰ ਕੋ। ਸੁਖ ਦੇਵਨ ਬੜੀ ਪਿਆਰੀ ਪੰਕਤੀ ਹੈ। ਮੈਂ ਦੁਪਹਿਰੇ ਵੀ ਦੇਖ ਰਿਹਾ ਸੀ ਪੰਕਤੀ, ਭਗਤਾਂ ਨੂੰ ਸੁਖ ਦੇਣ ਵਾਸਤੇ ਤੇ ਧਰਤੀ ਨੂੰ ਸੁਖ ਦੇਣ ਵਾਸਤੇ। ਇੱਕ ਮੈਂ ਬੇਨਤੀ ਕਰਾਂ, ਗੁਰੂ ਨਾਨਕ ਦੇਵ ਜੀ ਦਾ ਆਗਮਨ ਹੀ ਇਹਨਾਂ ਦੋਨਾਂ ਦੀ ਪੁਕਾਰ ਤੋਂ ਹੋਇਆ। ਜਿੰਨੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਭਗਤ ਸੀਗੇ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਸੀ। ਇਹ ਕੱਲ ਦੇ ਆਪਾਂ ਦੀਵਾਨ ਚ ਲਵਾਂਗੇ ਗੱਲ। ਬਾਬਾ ਕਬੀਰ ਜੀ ਕਹਿੰਦੇ ਆ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਡੀਨਾ। ਕਹਿੰਦੇ ਰੱਬਾ ਦੱਸ ਮੇਰਾ ਕਸੂਰ ਕੀ ਹੈ, ਤੇਰਾ ਮੈਂ ਨਾਮ ਲੈਣਾ, ਮੈਨੂੰ ਬੋਰੀ 'ਚ ਬੰਨ੍ਹ ਕੇ ਹਾਥੀ ਅੱਗੇ ਸੁੱਟਦਾ। ਇਹ ਉਹਦੀ ਪੁਕਾਰ ਸੀਗੀ। ਭਗਤ ਨਾਮਦੇਵ ਜੀ ਕਹਿੰਦੇ ਆ, ਸੂਦ ਸੂਦ ਕਰ ਮਾਰ ਉਠਾਇਓ। ਇਹ ਰੱਬਾ ਮੈਂ ਤੇ ਸੁਣਿਆ ਸੀ ਮੰਦਿਰ ਦੇ ਵਿੱਚ ਤੇਰਾ ਨਾਮ ਲੈ ਰਿਹਾ, ਮੈਂ ਜਾ ਕੇ ਪਹੁੰਚ ਗਿਆ, ਪਰ ਇਹਨਾਂ ਨੇ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਇਹਨਾਂ ਨੇ ਲੱਤਾਂ ਮਾਰ ਕੇ ਮੈਨੂੰ ਬਾਹਰ ਕੱਢ ਦਿੱਤਾ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂ ਬਾਪ ਬਿਠੁਲਾ। ਇਹ ਦੱਸ ਰੱਬਾ ਹੁਣ ਮੈਂ ਕੀ ਕਰਾਂ, ਇਹ ਪੁਕਾਰ ਨਹੀਂ ਤੇ ਹੋਰ ਕੀ ਹੈ। ਇਸੇ ਨੂੰ ਫਿਰ ਭਾਈ ਗੁਰਦਾਸ ਜੀ ਲਿਖਦੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ। ਇੱਕ ਮੈਂ ਬੇਨਤੀ ਕਰਾਂ, ਦੋ ਚੀਜ਼ਾਂ ਇਸ ਧਰਤੀ ਤੇ ਜ਼ਬਰਦਸਤੀ ਰੱਬ ਨੇ ਭੇਜੀਆਂ, ਉਹਨਾਂ ਦਾ ਦਿਲ ਨਹੀਂ ਸੀ ਕਰਦਾ ਆਉਣ ਨੂੰ। ਪਠਾਇਆ ਦਾ ਅਖਰੀ ਅਰਥ ਹੈ ਜ਼ਬਰਦਸਤੀ। ਇੱਕ ਤੇ ਗੁਰੂ ਤੇ ਦੂਸਰਾ ਰੱਬ ਦੇ ਨਾਲ ਜੁੜੀ ਹੋਈ ਰੂਹ, ਜਿਹਨੂੰ ਅਸੀਂ ਸੰਤ ਕਹਿੰਦੇ ਆ, ਸਾਧ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਦੇ ਬਚਨ ਹੈ, ਸਾਧ ਪਠਾਏ ਆਪ ਹਰ। ਗੁਰੂ ਗ੍ਰੰਥ ਸਾਹਿਬ ਦੇ ਬਚਨ ਹੈ, ਸਾਧ ਪਠਾਏ। ਸਾਧ ਵੀ ਕਹਿੰਦੇ ਮੈਂ ਨਹੀਂ ਜਾਣਾ ਇੱਥੇ, ਮਹਾਰਾਜ ਰੱਬ ਕਹਿੰਦਾ ਚੱਲ ਥੱਲੇ, ਕਹਿੰਦਾ ਜਾ ਕੇ ਇਹਨਾਂ ਦਾ ਨਿਸਤਾਰਾ ਕਰ। ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ। ਇਹ ਦੱਸਣ ਵਾਸਤੇ ਸੰਗਤ ਨੂੰ ਕਿ ਮੈਂ ਤੁਹਾਡੇ ਤੋਂ ਦੂਰ ਨਹੀਂ ਆ। ਜੇ ਤੁਸੀਂ ਮੇਰੇ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਕਿਸੇ ਨਾਲ ਚਾਰ ਪਦਾਰਥ ਜੇ ਕੋ ਮੰਗੈ, ਮੈਂ ਤਾਂ ਨਹੀਂ ਕਹਿ ਰਿਹਾ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਿਹਾ, ਚਾਰ ਪਦਾਰਥ ਜੇ ਕੋ ਮੰਗੈ। ਇਸੇ ਲਈ ਮਹਾਰਾਜ ਕਹਿੰਦੇ, ਸਾਧ ਜਨਾ ਕੀ ਸੇਵਾ ਸਾਧ ਬਚਨ ਅਟ ਲਾਧਾ। ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਇੱਥੋਂ ਤੱਕ ਪਰਿਪੂਰਨ ਪਰਮਾਤਮਾ ਨੂੰ ਵੀ ਉਹ ਗੱਲ ਮੰਨਣੀ ਪੈਂਦੀ ਹੈ। ਹੁਣ ਜਿੱਦਾਂ ਜਿੱਦਾਂ ਅੱਗੇ ਖੁਸ਼ੀਆਂ ਖੇੜਿਆਂ ਆਉਂਦੇ ਹਨ, ਉਹਦੀ ਕਥਾ ਕਹਿੰਦੇ ਸੁਣਿਓ, ਜਿਹੜਾ ਦੁਨੀਆ ਦੇ ਦੁੱਖ ਕੱਟਣ ਵਾਲਾ ਹੈ। ਹਾਂਜੀ, ਅੱਗੇ ਹੁਣ ਜਿਹੜੀ ਕਥਾ ਵੈ, ਬਾਲਾ ਜੀ ਜਿਹੜੇ ਹਨ ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਇਹ ਜਿਹੜਾ ਸਾਰਾ ਬਿਰਤਾਂਤ ਹੈ ਭਾਈ ਬਾਲਾ ਜੀ ਸੁਣਾ ਰਹੇ ਹਨ। ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਦੀ ਜਿਹੜੀ ਨਿਰਮਲ ਕਥਾ ਹੈ, ਆਓ ਆਪਾਂ ਉਹਦੇ ਨਾਲ ਜੁੜਦੇ ਹਾਂ। ਦਾਸ ਨੂੰ ਬੁਲਾਇਆ, ਫਿਰ ਮਹਿਤਾ ਕਾਲੂ ਨੇ ਆਪਣੇ ਸੇਵਕ ਨੂੰ ਬੁਲਾਇਆ ਆਪਣੇ ਘਰ ਦੇ ਵਿੱਚ। ਤੂੰ ਜਲਦੀ ਜਾ ਕੇ ਬ੍ਰਾਹਮਣ ਨੂੰ ਬੁਲਾ ਕੇ ਲਿਆ। ਬ੍ਰਾਹਮਣ ਇੱਥੇ ਪੰਡਤ ਹਰਦਿਆਲ ਦੀ ਗੱਲ ਹੋਣ ਲੱਗੀ ਹੈ। ਜਾ ਕਰਕੇ ਜਲਦੀ ਬ੍ਰਾਹਮਣ ਨੂੰ ਬੁਲਾ ਕੇ ਲਿਆ। ਜਿਹੜਾ ਹਰਦਿਆਲ ਸਾਰੇ ਪੰਡਤਾਂ ਦੇ ਵਿੱਚ, ਸਾਰੇ ਬ੍ਰਾਹਮਣਾਂ ਦੇ ਵਿੱਚ ਪ੍ਰਵੀਨ ਹੈ, ਸ਼੍ਰੋਮਣੀ ਹੈ, ਸਿਆਣਾ ਹੈ, ਉਹਨੂੰ ਬੁਲਾਇਆ ਜਾਵੇ। ਉਹਨੂੰ ਜਲਦੀ ਨਾਲ ਬੁਲਾਇਆ ਜਾਵੇ। ਇਸ ਗੱਲ ਸੁਣ ਕੇ ਉਹਦੇ ਘਰ ਨੂੰ ਚਲਾ ਗਿਆ ਹੈ। ਉਹਦੇ ਦਰਵਾਜ਼ੇ ਤੇ ਖੜੇ ਹੋ ਕੇ ਉਹਨੂੰ ਆਵਾਜ਼ ਮਾਰੀ ਹੈ। ਇਹ ਜਦੋਂ ਬਚਨ ਬਿਪਰ ਬ੍ਰਾਹਮਣ ਹਰਦਿਆਲ ਨੇ, ਪੰਡਤ ਹਰਦਿਆਲ ਜੀ ਨੇ ਸੁਣੇ ਹਨ। ਆਲਿਆ ਦਾ ਆਖਰੀ ਅਰਥ ਹੈ ਘਰ। ਅਸੀਂ ਕਹਿੰਦੇ ਨਾ ਦਇਆਲ ਸ਼ਬਦ ਹੈ ਨਾ, ਦਇਆਲ ਸ਼ਬਦ ਦੋਵਾਂ ਤੋਂ ਮਿਲ ਕੇ ਬਣਿਆ, ਦਇਆ ਤੇ ਆਲਿਆ। ਦਇਆ ਦਾ ਘਰ, ਆਲਿਆ ਐੜੇ ਨੂੰ ਕੰਨਾ, ਲੱਲਾ ਤੇ ਯਈਆ। ਆਲਿਆ ਮੈਨੇ ਘਰ, ਕਹਿੰਦੇ ਘਰ ਤੋਂ ਉਹ ਬਾਹਰ ਨਿਕਲ ਕੇ ਆ ਗਿਆ ਹੈ। ਮੈਨੂੰ ਕਹਿੰਦੇ ਕਾਲੂ ਨੇ, ਮਹਿਤਾ ਕਾਲੂ ਜੀ ਨੇ ਬੁਲਾਇਆ ਹੈ। ਆਪ ਜੀ ਚਲੋ, ਮੈਂ ਤੁਹਾਡੇ ਮਗਰ ਮਗਰ ਆਨਾ ਹਾਂ। ਮੈਂ ਆਪਣੀ ਜਾ ਕੇ ਕਿਉਂ, ਮੈਂ ਜਿਹੜੀ ਪੂਜਾ ਕਰਨੀ ਹੈ, ਮੈਂ ਆਪਣੀ ਪੂਜਾ ਕਰਕੇ ਆਪਣੇ ਘਰ ਚੋਂ ਫਿਰ ਮੈਂ ਆਨਾ ਹਾਂ। ਉਸ ਤੋਂ ਇਲਾਵਾ ਮੈਂ ਹੋਰ ਕਾਰਜ ਨਹੀਂ ਕਰਾਂਗਾ, ਪੂਜਾ ਕਰਕੇ ਮੈਂ ਆ ਜਾਣਾ ਹਾਂ। ਇਹ ਉੱਤਰ ਨੂੰ ਸੁਣ ਕੇ ਦਾਸ ਫਿਰ ਉੱਥੋਂ ਚੱਲ ਪਿਆ ਹੈ।
ਵਾਸ ਕਰੀ ਅਰਦਾਸਾ। ਮਹਿਤਾ ਕਾਲੂ ਦੇ ਕੋਲ ਜਾ ਕੇ ਸਾਰੀ ਗੱਲ ਦੱਸੀ ਹੈ, ਅਰਦਾਸ ਕੀਤੀ। ਅਰਦਾਸ ਮੈਨੇ ਕੀ ਗੱਲ ਜਾ ਕੇ ਦੱਸੀ ਹੈ ਵੀ ਪੰਡਤ ਨੇ ਇਹ ਕਿਹਾ ਹੈ, ਕਟੀ ਪੰਜ ਲੋ ਅਰੁਣਾ ਕਰਕੇ ਪੰਜਵੀਂ ਘੜੀ ਪੂਜਾ ਕਰਕੇ ਉਹ ਆਏ ਹਨ। ਆਇਓ ਦ੍ਰਿਜ ਸ਼ੁਭ ਸ਼ਗਨ ਵਿਚਰ ਕੇ। ਆਪਣਾ ਸਾਰਾ ਸ਼ਗਨ ਵਗੈਰਾ ਪੰਡਤ ਜੋ ਉਸ ਸਮੇਂ, ਦੇਖੋ ਮੈਂ ਬੇਨਤੀ ਕਰਾਂ, ਇਹ ਸਾਰੇ ਕੰਮ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਮਦ ਤੋਂ ਬਾਅਦ ਬੰਦ ਹੋਏ ਹੈ। ਪੰਡਤਾਂ ਕੋ ਜਾਣਾ, ਇਹ ਜਾਣਾ, ਉਹ ਜਾਣਾ, ਕਿਉਂਕਿ ਉਹਨਾਂ ਦੇ ਘਰ 'ਚ ਹਲੇ ਕੰਮ ਚੱਲਦੇ ਸੀਗੇ। ਕਿਉਂਕਿ ਇਹ ਪੜ੍ਹਦੇ ਨਾ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਬੇਦੀਆਂ ਦੀ ਕੁਲ ਵਿੱਚ ਪ੍ਰਗਟ ਹੋਏ ਆ। ਇਹ ਕੰਮ ਉਦੋਂ ਚੱਲਦੇ ਸੀਗੇ ਪੰਡਤਾਂ ਦੇ, ਲੇਕਿਨ ਮਹਾਰਾਜ ਨੇ ਆ ਕੇ ਇਹਨਾਂ ਨੂੰ ਰੋਕਿਆ ਹੈ, ਇਹਨਾਂ ਤੇ ਰੁਕਾਵਟ ਲਾਈ ਹੈ, ਇਹਨਾਂ ਅੱਗੇ ਥੰਮ ਮਹਾਰਾਜ ਨੇ ਲਾਇਆ ਹੈ। ਕਾਲੂ ਕੋ ਸਸਤੈਨ ਸੁਨਾਇਓ। ਕਾਲੂ ਨੂੰ ਜਾ ਕੇ, ਮਹਿਤਾ ਕਾਲੂ ਜੀ ਨੂੰ ਜਾ ਕੇ ਉਹਨਾਂ ਨੇ ਆਸ਼ੀਰਵਾਦ ਦਿੱਤਾ ਹੈ। ਇੱਕ ਉਸ਼ਾ ਕੋ ਹੋਰ ਰਸਾਇਓ। ਤੇ ਇਹ ਉਤਸ਼ਾਹ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਇਆ ਹੈ ਕਿ ਮਹਿਤਾ ਕਾਲੂ ਜੀ ਬਹੁਤ ਖੁਸ਼ ਹਨ। ਖੁਸ਼ ਕਿਉਂ ਨਾ ਹੋਵੇ, ਪਰਮਾਤਮਾ ਘਰ ਦੇ ਵਿੱਚ ਆਇਆ ਹੈ। ਠੀਕ ਹੈ, ਨਹੀਂ ਲੱਗ ਸਕਿਆ ਪਤਾ ਕਾਫੀ ਸਮੇਂ ਤੱਕ, ਲੇਕਿਨ ਉਸ ਪਰਮਾਤਮਾ ਦੇ ਘਰ ਆਉਣ ਦੇ ਕਰਕੇ ਉਹਦੇ ਅੰਦਰ ਤੋਂ ਜਿਹੜੀਆਂ ਤਰੰਗਾਂ ਨਿਕਲਦੀਆਂ, ਉਹਨਾਂ ਵਿੱਚ ਤਾਂ ਪ੍ਰਭਾਵਿਤ ਹੋਏ ਆ ਨਾ। ਮੰਨਦੇ ਹੋ ਕਿ ਬਾਣੀ ਵਾਲੀ ਰੂਹ ਦੇ ਅੰਦਰੋਂ ਤਰੰਗਾਂ ਨਿਕਲਦੀਆਂ? ਮੰਨਦੇ ਹੋ ਕਿ ਪ੍ਰਮਾਣ ਦਿਆਂ ਗੁਰੂ ਗ੍ਰੰਥ ਸਾਹਿਬ ਦਾ, ਚਿੜੀ ਚੌਕੀ ਪੌ ਫੁੱਟੀ ਵਗਣ ਬਹੁਤ ਤਰੰਗ। ਕਿੱਥੋਂ ਆਈਆਂ ਤਰੰਗਾਂ ਬਈ? ਚਿੜੀ ਚੌਕੀ, ਚਿੜੀਆਂ ਬੋਲੀਆਂ, ਪੌ ਫੁੱਟੀ। ਜਦੋਂ ਪੌ ਫੁਟਾਲਾ ਹੋਇਆ, ਪੌ ਫੁਟਾਲਾ ਸਮਝਦੇ ਹੋ? ਅੰਮ੍ਰਿਤ ਵੇਲਾ ਜਿਹਨੂੰ ਕਹਿੰਦੇ ਆ, ਪੁਰਾਤਨ ਸਾਡੀ ਭਾਸ਼ਾ। ਚਿੜੀ ਚੌਕੀ ਪੌ ਫੁੱਟੀ ਵਗਣ ਬਹੁਤ ਤਰੰਗ, ਕਿੱਥੋਂ ਆਈਆਂ? ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਜਿਹੜੀਆਂ ਗੁਰੂ ਨਾਨਕ ਦੇ ਨਾਮ ਦੇ ਵਿੱਚ ਰੰਗੀਆਂ ਹੋਈਆਂ ਸੀਗੀਆਂ, ਉਹਨਾਂ ਦੇ ਅੰਦਰੋਂ ਸਰੀਰ ਚੋਂ ਤਰੰਗਾਂ ਜਿਹੜੀਆਂ ਉਹ ਨਿਕਲਦੀਆਂ ਹਨ। ਪੰਡਤ ਨੂੰ ਬੜੇ ਆਦਰ ਦੇ ਨਾਲ, ਸਨਮਾਨ ਦੇ ਨਾਲ ਉਹਨਾਂ ਨੇ ਬਿਠਾਇਆ ਹੈ। ਉਹਨਾਂ ਨੂੰ ਪਿਆਰ ਨਾਲ ਬਿਠਾ ਕੇ ਆਪ ਲਾਗੇ ਬੈਠ ਗਏ ਹਨ। ਮਹਿਤਾ ਕਾਲੂ ਜੀ ਕਹਿ ਰਹੇ ਹਨ ਪੰਡਤ ਨੂੰ, ਮੇਰੇ ਘਰ ਦੇ ਵਿੱਚ ਪਰਿਪੂਰਨ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਮੇਰੇ ਉੱਪਰ ਕਿਰਪਾ ਕਰੋ। ਆਪਣੇ ਜਿਹੜੇ ਤੁਹਾਡੇ ਮਹੂਰਤ ਹੈ, ਲਗਨ ਹੈ, ਉਹਨਾਂ ਦੀ ਵਿਚਾਰ ਕਰੋ ਵੀ ਕਿਹੜੇ ਸਮੇਂ ਪੈਦਾ ਹੋਇਆ, ਸਮਾਂ ਕੀ ਸੀਗਾ, ਸਮੇਂ ਦੇ ਹਿਸਾਬ ਨਾਲ ਤੁਹਾਡੇ ਮਹੂਰਤ ਕੀ ਕਹਿੰਦੇ ਆ, ਇਹਨਾਂ ਦਾ ਸਾਰਾ ਤੁਸੀਂ ਜਿਹੜਾ ਵੇਰਵਾ ਉਹ ਦਿਓ। ਹਾਂ, ਜਿਹੜੇ ਵੀ ਤੁਹਾਡੇ ਭੇਦ ਹੈ, ਲਗਨ ਸ਼ੁਭ ਹੈ, ਉਹਨਾਂ ਨੂੰ ਤੁਸੀਂ ਦੇਖੋ ਧਿਆਨ ਦੇ ਨਾਲ। ਇਹਦੀ ਪੱਤਰੀ ਜਿਹੜੀ ਹੈ ਉਹ ਤੁਸੀਂ ਲਿਖੋ, ਬਣਾਓ। ਹਾਂ, ਬਾਲਕ ਸ਼ਬਦ ਲੈ ਜੋ, ਬ੍ਰਾਹਮਣ ਕਹਿਣ ਲੱਗਾ ਕਿ ਬਾਲਕ ਨੇ ਜੋ ਸ਼ਬਦ ਲੈ ਕੇ ਜਨਮ ਲਿਆ ਹੈ। ਇਹ ਬੜਾ ਪਿਆਰਾ ਗੱਲ ਹੈ। ਸ਼ਬਦ ਕਿਹੜਾ ਲੈ ਕੇ ਬਾਲਕ ਜਨਮਿਆ ਬਈ? ਬੜੇ ਧਿਆਨ ਦੇ ਨਾਲ ਦੇਖੋ। ਬਾਲਕ ਸ਼ਬਦ ਦੀ ਅਖਰੀ ਅਰਥ ਕਰਾਂਗੇ, ਉਸ ਸਮੇਂ ਬੱਚੇ ਦੇ ਚਿਹਰੇ ਦੇ ਭਾਵ ਕੀ ਸੀਗੇ? ਉਸ ਸਮੇਂ ਬੱਚੇ ਦੇ ਚਿਹਰੇ ਦੇ, ਇਹ ਪੰਡਤ ਕਹਿ ਰਿਹਾ ਕਿ ਬਾਲਕ ਕਿਹੜੇ ਸ਼ਬਦ ਲੈ ਕੇ, ਉਹਦੇ ਭਾਵ ਕੀ ਸੀਗੇ ਚਿਹਰੇ ਦੇ, ਉਹ ਮੈਨੂੰ ਕਹਿੰਦਾ ਦੱਸੇ ਜਾਣ। ਕਹਿੰਦਾ ਉਹ ਮੈਨੂੰ ਕਹਿੰਦੇ ਸ਼ਬਦ ਸੁਣਾਓ, ਉਹ ਮੈਨੂੰ ਗੱਲ ਦੱਸੋ, ਉਸ ਸਮੇਂ ਦਾ ਮਾਹੌਲ ਕੀ ਸੀਗਾ, ਬੱਚੇ ਦੇ ਹਾਵ ਭਾਵ ਕੀ ਸੀਗੇ, ਕਿਸ ਸਮੇਂ, ਉਹ ਸਮਾਂ ਕੀ ਸੀਗਾ ਜਦੋਂ ਬੱਚੇ ਦਾ। ਦੇਖੋ, ਸਾਡੇ ਵਾਸਤੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ, ਲੇਕਿਨ ਅਸੀਂ ਪੰਡਤ ਦੀ ਗੱਲ ਕਰ ਰਹੇ ਹਾਂ। ਪੰਡਤ ਬੱਚਾ ਹੀ ਕਹਿ ਰਿਹਾ, ਬਾਲ ਹੀ ਕਹਿ ਰਿਹਾ। ਬਾਅਦ ਵਿੱਚ ਫਿਰ ਸਾਰਾ ਕੁਝ ਦੇਖ ਕੇ ਫਿਰ ਉਹ ਪੰਡਤ ਜਾ ਕੇ ਮੱਥਾ ਟੇਕ ਕੇ ਜਾਵੇਗਾ ਗੁਰੂ ਨਾਨਕ ਦੇਵ ਜੀ ਨੂੰ। ਹਾਂ, ਜੋ ਵੀ ਉਹਦੇ ਲਾਗੇ ਸੀਗਾ, ਹਜੂਰ ਸੀ, ਉਹਦੀ ਦਾਈ ਨੂੰ ਕਹਿੰਦੇ ਬੁਲਾਇਆ ਜਾਵੇ। ਹਾਂ, ਦੌਲਤਾ ਦਾਈ ਸੀਗੀ ਉਹਦੀ, ਜਿਹੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਸੋ ਮਹਿਤਾ ਕਾਲੂ ਜੀ ਨੇ ਉਹਨੂੰ ਫਟਾਫਟ ਬੁਲਾਇਆ ਹੈ, ਜਲਦੀ ਬੁਲਾਇਆ ਹੈ। ਜੋ ਸਮੱਗਰੀ ਦੀ ਲੋੜ ਸੀ, ਉਹ ਸਾਰੀ ਸਮੱਗਰੀ ਜਿਹੜੀ ਹੈ ਮੰਗਾਈ ਗਈ ਹੈ। ਜੋ ਵੀ ਉਹਨਾਂ ਨੂੰ, ਪੰਡਤ ਨੂੰ, ਬ੍ਰਾਹਮਣ ਨੂੰ ਚੀਜ਼ਾਂ ਚਾਹੀਦੀਆਂ ਸੀਗੀਆਂ, ਉਹ ਸਾਰੀਆਂ ਮੰਗਾਈਆਂ ਗਈਆਂ ਹਨ।
ਵਸਤੁ ਸਭ ਕਾਲੋਂ ਤਹਿ ਤੇ ਜਾਏ। ਜੋ ਵੀ ਉਹਨਾਂ ਨੂੰ ਪੂਜਾ ਵਾਸਤੇ ਸਮੱਗਰੀ ਚਾਹੀਦੀ ਸੀ ਉਹ ਸਾਰੀ ਕਾਲੂ ਜੀ ਲੈ ਕੇ ਆਏ ਹਨ। ਔਰੋ ਵੈਸਿਓ ਪਾਸ ਜਿਪਾ ਬਦਨੈ ਬਚਨ ਲਾ। ਉਹਨਾਂ ਦੇ ਕੋਲ ਆ ਬੈਠ ਕੇ ਉਹਨਾਂ ਦੇ ਨਾਲ ਬਚਨ ਕਰ ਰਹੇ ਹਨ। ਚੌਪਈ ਘੜੀ ਏਕ ਦੋ ਜਾਂਤਰ ਜਾਮਾ। ਇੱਕ ਘੜੀ ਤੇ 2 ਪਹਿਰ ਇਸ ਸਮੇਂ ਉਹਨਾਂ ਦਾ ਪ੍ਰਕਾਸ਼ ਹੋਇਆ ਹੈ, ਉਹਨਾਂ ਦਾ ਜਨਮ ਹੋਇਆ ਹੈ। ਤਿਤੀ ਹੋਤੀ ਸਿਸ ਭਾਵ ਰਾਮਾ। ਜਦ ਉਸ ਸਮੇਂ ਸੁੰਦਰ ਬਾਲਕ ਨੇ ਜਿਹੜਾ ਜਨਮ ਲਿਆ ਹੈ। ਕੌਣ ਸ਼ਬਦ ਲੈ ਉਪਜਿਓ ਬਾਲਕ। ਕਿਹੜੇ ਸ਼ਬਦ ਸੀ ਬੱਚੇ ਦੇ ਉਸ ਸਮੇਂ, ਬਾਲਕ ਦੇ ਕਿਹੜੇ ਹਾਵ ਭਾਵ ਸੀਗੇ? ਧਾਈ ਬਤਾਵੋ ਸੋ ਤਤਕਾਲ। ਜਲਦੀ ਦੇ ਨਾਲ ਮੈਨੂੰ ਦੱਸਿਆ ਜਾਵੇ। ਬੋਲੇ ਬਚਨ ਦੌਲਤਾ ਦਾਈ। ਦੌਲਤਾ ਦਾਈ ਹੁਣ ਬੋਲ ਰਹੀ ਹੈ, ਦੱਸਣ ਲੱਗੀ ਹੈ। ਅਹੋ ਦਿਲ ਰਾਈ। ਕਹਿੰਦੇ ਫਿਰ ਸੁਣ ਹੁਣ, ਕਹਿੰਦੇ ਚੰਗੀ ਤਰ੍ਹਾਂ ਧਿਆਨ ਦੇ ਨਾਲ ਅਗਲੀਆਂ ਗੱਲਾਂ ਸੁਣੋ ਧਿਆਨ ਦੇ ਨਾਲ। ਆਪ ਜੀ ਵੀ ਦੇਖੋ ਮਹਾਰਾਜ ਕੀ ਕਹਿ ਰਹੇ ਹਨ ਕਵੀ ਜੀ। ਬਹੁਤ ਸਿਸ ਜਨ ਮੈਂ ਭਵ ਕਰ ਮਾਹੀ। ਮੇਰੇ ਹੱਥ ਵਿੱਚ ਬੜੇ ਬੱਚਿਆਂ ਨੇ ਕਹਿੰਦੇ ਜਨਮ ਲਿਆ। ਕਹਿੰਦੇ ਜੈ ਚਰਨ ਕਉ ਦੇਖਿਓ ਨਾਹੀ। ਇਦਾਂ ਦਾ ਬੱਚਾ ਮੈਂ ਅੱਜ ਤੱਕ ਨਹੀਂ ਦੇਖਿਆ। ਇਦਾਂ ਦੀ ਹੈਰਾਨੀ ਵਾਲੀ ਗੱਲ ਮੈਂ ਅੱਜ ਤੱਕ ਨਹੀਂ ਦੇਖੀ। ਹੀਰ ਗੁਨਾ ਜੋ ਬਿਗਸ ਮਿਲੇ ਹੈ। ਇਹ ਤੇ ਇਦਾਂ ਕਹਿੰਦੇ ਇਹਨੇ ਮੇਰੇ ਵੱਲ ਦੇਖਿਆ ਜਿੱਦਾਂ ਇੱਕ ਬਜ਼ੁਰਗ ਆਪਣੇ ਘਰ ਦੇ ਵਿੱਚ ਛੋਟੇ ਜਿਹੇ ਬੱਚੇ ਨੂੰ ਬੜੇ ਪਿਆਰ ਦੇ ਨਾਲ ਮਿਲਦਾ ਹੈ। ਗੁਰੂ ਨਾਨਕ ਦੇਵ ਜੀ ਦੀਰਘ ਜਿਸ ਤਰ੍ਹਾਂ ਇੱਕ ਬਜ਼ੁਰਗ ਇੱਕ ਛੋਟੇ ਜਿਹੇ ਬੱਚੇ ਨੂੰ ਬੜੇ ਪਿਆਰ ਦੇ ਨਾਲ ਮਿਲਦਾ ਹੈ। ਇਹ ਇਹਨਾਂ ਦੇ ਸ਼ਬਦ ਸੀਗੇ, ਇਹ ਇਹਨਾਂ ਦੇ ਹਾਵ ਭਾਵ ਸੀਗੇ। ਸ਼ੁਭ ਲੱਛਣ, ਸਮਾਂ ਵੀ ਲੱਛਣ ਸੀਗਾ। ਸ਼ੁਭ ਅੰਗਨ, ਇਹਨਾਂ ਦੇ ਅੰਗ ਵੀ ਜਿਹੜੇ ਬੜੇ ਪਿਆਰੇ ਸਨ, ਪਿਆਰੇ ਹਨ। ਅੱਜ ਤੱਕ ਕਿਸੇ ਹੋਰ ਬੱਚੇ ਦੇ ਨਰ ਦੇ ਇਦਾਂ ਦੇ ਜਿਹੜੇ ਅੰਗ ਹੈ ਉਹ ਮੈਂ ਨਹੀਂ ਦੇਖੇ। ਅੱਗੇ ਅੰਗਾਂ ਦੀ ਗੱਲ ਹੁਣ ਕਰਨ ਲੱਗੀ ਹੈ। ਹਾਂ, ਇਹ ਸਾਰੀਆਂ ਗੱਲਾਂ ਸੁਣ ਕੇ ਤੇ ਫਿਰ ਆਪਣੀ ਜੋਤਿਸ਼ ਵਿਦਿਆ ਦੇ ਵਿੱਚੋਂ ਉਹ ਵਿਚਾਰ ਕਰ ਰਿਹਾ ਹੈ। ਕਹਿੰਦਾ ਸਾਰਾ ਕੁਛ ਹੀ ਕਹਿੰਦਾ ਵਧੀਆ ਸੀ। ਸ਼ੁਭ ਨਛੱਤਰ ਵੀ ਨਖੱਤਰ ਵੀ ਜਿਹੜੇ ਸ਼ੁਭ ਸਨ। ਸਮਾਂ ਵੀ ਕਹਿੰਦਾ ਸ਼ੁਭ ਸੀਗਾ। ਥਿਤ ਵੀ ਜਿਹੜੀ ਸ਼ੁਭ ਸੀ ਔਰ ਵਾਰ ਵੀ ਜਿਹੜਾ ਕਹਿੰਦਾ ਉਹ ਵਧੀਆ ਸੀਗਾ। ਚੰਗੇ ਸਮੇਂ ਦੇ ਵਿੱਚ ਇਸ ਬਾਲਕ ਦਾ ਜਨਮ ਹੋਇਆ ਹੈ। ਪੰਡਤ ਨੇ ਫਿਰ ਮਨ ਦੇ ਵਿੱਚ ਹੋਰ ਵਿਚਾਰ ਕੀਤੀ ਹੈ। ਮਾੜਾ ਮੋਟਾ ਨਹੀਂ ਕਹਿੰਦੇ ਹੈਗਾ, ਇਹ ਅਵਤਾਰ ਹੈ। ਕਹਿੰਦੇ ਪਰਮਾਤਮਾ ਦਾ ਰੂਪ ਹੈ। ਇਹ ਸਿਸ ਹੈ ਅਵਤਾਰੀ ਕਉ। ਇਹ ਸਿਸ ਜਿਹੜਾ ਨਾ, ਇਹ ਜਿਹੜਾ ਬਾਲਕ ਹੈ, ਇਹ ਪਰਮਾਤਮਾ ਦਾ ਹੀ ਕਹਿੰਦੇ ਕੋਈ ਰੂਪ ਹੈ। ਮਹਿਤਾ ਕਾਲੂ ਤੇਰੇ ਬੜੇ ਵੱਡੇ ਭਾਗ ਹੈ। ਤੇਰੇ ਘਰ ਦੇ ਵਿੱਚ ਮੈਂ ਇੱਕ ਬੇਨਤੀ ਕਰਾਂ, ਬਿਲਕੁਲ ਇਹ ਗੱਲ ਮੰਨਣ ਵਾਲੀ ਹੈ। ਚੋਰ ਤੇ ਚਮੱਕੇ ਤੇ ਰੋਜ਼ ਪੈਦਾ ਹੋ ਰਹੇ ਹੈ, ਸੰਤ ਕਿਤੇ ਕਿਤੇ ਪੈਦਾ ਹੁੰਦਾ। ਇਹ ਉਸ ਮਾਂ ਦੀ ਕੁੱਖ ਵੀ ਭਾਗਾਂ ਵਾਲੀ ਹੈ ਜਿਸ ਕੁੱਖ ਦੇ ਵਿੱਚ ਇਸ ਤਰ੍ਹਾਂ ਦੇ ਬ੍ਰਹਮ ਗਿਆਨੀ, ਇਸ ਤਰ੍ਹਾਂ ਦੇ ਸੰਤ, ਇਸ ਤਰ੍ਹਾਂ ਦੇ ਅਵਤਾਰੀ ਪੁਰਸ਼ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵਰਗੇ ਪੈਦਾ ਹੋਏ। ਉਸ ਮਾਂ ਦੀ ਕੁੱਖ ਵੀ ਜਿਹੜੀ ਹੈ ਉਹ ਭਾਗਾਂ ਵਾਲੀ ਹੈ। ਹਾਂ, ਹੁਣ ਆਪਣੇ ਹਿਸਾਬ ਨਾਲ ਹਿੰਦੂ ਉਹ ਨਾ ਦੱਸ ਰਿਹਾ, ਕਹਿੰਦਾ ਜਿਵੇਂ ਸ਼੍ਰੀ ਕ੍ਰਿਸ਼ਨ ਜੀ ਜਿਵੇਂ ਸੀਗੇ ਇਸ ਤਰ੍ਹਾਂ ਦੇ ਕਹਿੰਦੇ, ਜਾਨੀ ਕਿ ਇਹਨਾਂ ਦੇ ਬਰਾਬਰ ਹੈ। ਆਪਣੇ ਹਿਸਾਬ ਨਾਲ ਦੱਸ ਰਿਹਾ ਹੈਗਾ। ਇਸ ਤਰ੍ਹਾਂ ਦੇ ਉਹਨਾਂ ਦੇ ਜਗਤ ਨੂੰ ਉਧਾਰਨ ਵਾਲੇ ਉਹਨਾਂ ਦੇ ਲੱਛਣ ਹਨ। ਇਹਦੇ ਸਿਰ ਦੇ ਉੱਪਰ ਚਵਰ ਛਤਰ ਕਹਿੰਦੇ ਝੁੱਲਦਾ ਪਿਆ। ਕਹਿੰਦੇ ਪੂਰਬੀ ਨਿਸ਼ਾ ਜਦੋਂ ਪੂਰਬ ਦੇ ਵੱਲੋਂ ਸੂਰਜ ਚੜ੍ਹਦਾ ਤੇ ਰਾਤ ਜਿਹੜੀ ਆ ਉਹ ਖਤਮ ਹੋਣ ਤੇ ਆ ਰਹੀ ਹੈ, ਉਸ ਸਮੇਂ ਦੇ ਵਿੱਚ ਇਹਨਾਂ ਦਾ ਪ੍ਰਕਾਸ਼ ਹੋਇਆ ਹੈ। ਚੱਕਰਵਰਤ ਹੋਵੇਗਾ ਇੱਕ ਥਾਂ ਤੇ, ਕਹਿੰਦੇ ਟਿਕਣ ਵਾਲਾ ਨਹੀਂ ਹੋਵੇਗਾ। ਕਹਿੰਦੇ ਮਾਫ ਕਰਨਾ, ਮੈਂ ਇੱਕ ਬੇਨਤੀ ਕਰਾਂ, ਗੁਰੂ ਨਾਨਕ ਦੇ ਘਰ ਦਾ ਜਿਹੜਾ ਪ੍ਰਚਾਰ ਹੈ ਉਹ ਘਰਾਂ ਵਿੱਚ ਬਹਿ ਕੇ ਨਹੀਂ ਹੋਣਾ, ਉਹ ਚੱਕਰਵਰਤੀ ਬਣ ਕੇ ਹੀ ਹੋਣਾ। ਹਾਂਜੀ, ਅੱਗੇ ਚਲੀਏ। ਇਹ ਦਿਗ ਵਿਜੇ ਹੋਏਗਾ, ਇਸ ਤੇ ਕੋਈ ਕਹਿੰਦੇ ਸੰਸ਼ੇ ਨਹੀਂ ਕਰਨੀ, ਇੱਥੇ ਕੋਈ ਵੀ ਸ਼ੱਕ ਨਹੀਂ ਕਰਨਾ। ਦਰਸ਼ਨਾ ਕੀ ਔਰ ਲਾਲਚ ਕੀ ਨਹੀਂ। ਅੰਦਰ ਫਿਰ ਉਹਦੇ ਕੀ, ਹੱਲੇ ਤੇ ਦਾਈ ਦੇ ਦੱਸਣ ਤੇ ਗੱਲ ਕਰ ਰਿਹਾ,
ਹੁਣ ਕਹਿੰਦਾ ਮੈਨੂੰ ਉਸ ਬੱਚੇ ਦੇ, ਉਸ ਬਾਲਕ ਦੇ ਦਰਸ਼ਨ ਕਰਵਾਏ ਜਾਣ। ਇਹ ਸਫਲ ਆਪਣੀ ਦਿਲ ਕੀਨੀ। ਮੈਂ ਵੀ ਕਹਿੰਦਾ ਆਪਣਾ ਸਰੀਰ ਉਹਨੂੰ ਦੇਖ ਕੇ ਆਪਣਾ ਸਰੀਰ ਮੈਂ ਆਪਣਾ ਸਫਲ ਕਰ ਲਵਾਂ। ਦੋਹਰਾ ਕਾਲੂ ਸੋਮਨ ਦਿਲ ਕਈ ਬਾਲਕ ਮੋਹਿ ਦਿਖਾਈ। ਹਾਂ, ਮਹਿਤਾ ਕਾਲੂ ਜੀ ਨੂੰ ਕਿਹਾ, ਕਹਿੰਦੇ ਮੈਨੂੰ ਬਾਲਕ ਦੇ ਦਰਸ਼ਨ ਕਰਾਏ ਜਾਣ, ਮੈਨੂੰ ਬਾਲਕ ਦਿਖਾਇਆ ਜਾਵੇ। ਦੌਲਤਾ ਦਾਈ ਨੂੰ ਆਵਾਜ਼ ਮਾਰੇ ਕੇ ਬੁਲਾਇਆ ਤੇ ਉਹਨੂੰ ਕਿਹਾ ਵੀ ਅੰਦਰੋਂ ਜਾ ਕੇ ਬੱਚੇ ਨੂੰ, ਬਾਲਕ ਨੂੰ ਲੈ ਕੇ ਆਇਆ ਜਾਵੇ। ਤਾਈ ਗਈ ਭਾਈ ਦਾਈ ਦੌਲਤਾ ਨੂੰ ਮਹਿਤਾ ਕਾਲੂ ਜੀ ਨੇ ਕਿਹਾ ਕਿ ਬਾਲਕ ਨੂੰ ਬ੍ਰਾਹਮਣ ਦੇ ਕੋਲ ਲਿਆਇਆ ਜਾਵੇ, ਜਲਦੀ ਨਾਲ ਜਾ ਕੇ ਲੈ ਕੇ ਆ। ਜਾਚਿਓ ਬਾਲਕ ਜਨਨ ਨਾ ਦੇਈ। ਮਾਂ ਕਹਿੰਦੀ ਮੈਂ ਨਹੀਂ ਦੇਣਾ ਪੁੱਤਰ ਆਪਣਾ, ਕਹਿੰਦੀ ਬਾਹਰ, ਕਹਿੰਦੀ ਕਿਉਂਕਿ ਮਾਂ ਨਾ, ਮਾਂ ਦੀ ਮਮਤਾ ਤੇ ਬਾਪ ਦੀ ਮਮਤਾ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਹੋਰ ਬੇਨਤੀ ਕਰਦਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 60% ਹਿੱਸਾ ਜਿਹੜਾ ਉਹ ਬਾਣੀਕਾਰਾਂ ਨੇ ਔਰਤ ਬਣ ਕੇ ਉਹਨਾਂ ਨੇ ਪ੍ਰਮਾਤਮਾ ਨੂੰ ਪੁਕਾਰਿਆ। ਮੈਂ ਬੰਜਾਰਨ ਰਾਮ ਕੀ ਬੰਜਾਰਨ, ਬੰਜਾਰਾ नहीं क्या होते गुरु नानक देव जी महाराज, होर भी बहुत सारिया, मैं कामन मेरा कंत करतार। 60% हिस्सा गुरु ग्रंथ साहब जी महाराज का औरत बन के महाराज ने परमात्मा नूं रजाया। कारण की है? ਜਿਹੜੀ औरत है वो निर्मल है, औरत का हिरदा कोमल है, औरत का हिरदा स्वच्छ है। माफ़ करना, ਆਪਾਂ भी मर्द हाँ, ਅਸੀਂ कई वारी इदां दे कारज कर जाने आ जिथे साडियां सुआणियां में कहंदियां रब दा वास्ता इन्ने गुस्से विच ना आओ, इदां दे कारज ना करो, क्योंकि इन्हां दा हिरदा जिहड़ा कोमल है। ਇੱਥੇ ਉਹ ਮਾਂ ਜਿਹੜੀ ਆ ਨਾ, ਉਹ ਬੱਚੇ ਨੂੰ ਬਾਹਰ ਨਹੀਂ ਜਾਣ ਦੇ ਰਹੀ, ਬੱਚੇ ਨੂੰ ਬਾਹਰ ਨਹੀਂ ਦੇ, ਕਿਉਂ ਮਾਂ ਦੀ ਮਮਤਾ ਨਾ ਬੱਚੇ ਦੇ ਨਾਲ, ਉਹ ਨਹੀਂ ਬੱਚੇ ਨੂੰ ਬਾਹਰ ਜਾਣ ਦੇ ਰਹੀ। ਜਿਉਂ ਕਿਰਪਨ, ਜਿੱਦਾਂ ਇੱਕ ਕੰਜੂਸ ਪੈਸੇ ਨੂੰ ਆਪਣੀ ਜੇਬ ਦੇ ਵਿੱਚ ਕੁੱਟ-ਕੁੱਟ ਕੇ ਰੱਖਦਾ, ਇਦਾਂ ਮਾਂ ਬੱਚੇ ਨੂੰ ਬਾਹਰ ਨਹੀਂ ਜਾਣ ਦੇਣ ਦੇਵੀ। ਬੱਚੇ ਨੂੰ ਸਰਦੀ ਲੱਗ ਸਕਦੀ ਹੈ, ਨਹੀਂ ਕਿਉਂਕਿ ਨਵੰਬਰ ਦੇ ਮਹੀਨੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ ਨਾ, ਉਦੋਂ ਸਰਦੀ ਦੀ ਸ਼ੁਰੂਆਤ ਹੁੰਦੀ ਹੈਗੀ ਹੈ। ਮਿਰਦੁਲ ਬਾਲ ਬਾਹਰ ਕਸ ਮੰਗੇ, ਕਾਹਦੇ ਵਾਸਤੇ ਬੱਚੇ ਨੂੰ ਬਾਹਰ ਮੰਗਦੇ ਪਏ ਹੈ? ਦੁਬਾਰਾ ਬਾਰ-ਬਾਰ ਉਹਨਾਂ ਨੇ ਕਿਹਾ ਕਿ ਬੱਚੇ ਨੂੰ ਬਾਹਰ ਲੈ ਕੇ ਆਇਆ ਜਾਵੇ। फिर पंडित ने बार बार बालक की मांग की ते माता जी ने अखीर प्यारे पुत्र नू अपने नू दौलता नू दाई नू दे दिता है। दौलता जी बाहर आए हन। आनन आरण जात सुहाई, बालक दे मुख दी शोभा एक कमल दे फुल दे वांगू खिड़ी हुई है। कभी विचार किया गुरु ग्रंथ साहब जी महाराज विच होर फुल्लां दा जिक्र नहीं हैगा, कमल दे फुल दा क्यों जिक्र किया गया? रहिंदा चिक्कड़ विच है, लेकिन चिक्कड़ उन्होंने नहीं लगता, चिक्कड़ विच रहिंदियां होया चिक्कड़ तो निर्लेप है। चिक्कड़ विच रहिंदियां होया चिक्कड़ तो निर्लेप है। सूरज वल उहदा जिहड़ा जिधर नूं सूरज घुमदा उधर नूं वो जिहड़ा कमल दा फुल है वो अपना जिहड़ी पंखड़ियां उधर नूं लई जांदा। इसलिए इस तरीके दे नाल कहंदे जिहड़ा बालक है, बालक दा जिहड़ा स्वरूप है, जिहड़ा प्यारा चेहरा है, वो कमल दे फुल दे वांग खिड़िया होया है। हाँ, लग तन जोत विशाल बिराजे, शरीर छोटा है हले लेकिन जोत बड़ी वड्डी उपर, बड़ी महान जोत उपर जिहड़ी है लट लट करके जल रही है। जिवें उदाहरण दिंदे है, जिवें एक बोड़ दा कहंदे दरख्त है, वो बोड़ दे दरख्त दे उपर हनेरियां आउण, वो बोड़ दे दरख्त दे उपर मींह पवे, वो झक्खड़ होण, लेकिन बोड़ दे दरख्त का वो कुछ नहीं बिगाड़ सकते। एक बोड़ का दरख्त जिहदी उदाहरण दी है इलाहाबाद दे विच है, उहदा कद छोटा वै,
कद छोटा लेकिन है बड़ा मजबूत, वो गल कर रहे हैं कि गुरु नानक देव जी का तन छोटा है, हले शरीर छोटा है, लेकिन उत्ते जिहड़ी जोत है वो लट लट करके बल रही है। और मानो इलाहाबाद दे विच वो बोड़ दा दरख्त जिहदा कद छोटा, हनेरियां झक्खड़ तूफान आवे परंतु उहदा वो कुछ नहीं बिगाड़ सकते। ते मैं इत्थे बेनती करा, ये ते गल पंडित ने उदों कही है, गुरु नानक देव जी दे चरनां दे विच मत्था टेकन वालिओ, जदों तक सूरज रहेगा, जदों तक चंद रहेगा, सिख कौम दा कोई कुछ नहीं बिगाड़ सकता, जिथे तक मर्जी कोई जोर ला लवे। चलो अगे। हाँ, उस पंडित ने उन्होंने जिहड़े लक्षण सीगे वो सारे देखे है, उन्होंने अंगां की पहचान की है। ये वेख के उन्होंने दिल जिहड़ा बड़ा आनंदित होया है, आनंदित होया है। और चतुर पंडित ने फिर की किया, बड़े ध्यान नाल, ठाडा पयो सुजान, खड़ा हो के हाथ जोड़ के बच्चे दी अगे खड़ा हो गया। पहला बैठा सी ना, पहला बैठा सी ना जो बिठाया सी मेहता कालू जी ने, हुण बच्चे दे दर्शन करके, बालक दे दर्शन करके, धन धन गुरु नानक देव जी महाराज, जाहर पीर जगत गुर बाबे दर्शन करके हाथ जोड़ के खड़ा हो गया है। ਉਹਦੇ मन विच जिहड़ा प्रेम है, ਉਹਦਾ मन प्रेम दे नाल पसीजिया गया है। बंधन करके हाथ जोड़ के अपने आप नूं धनता दे धनवान बना रहा है कि मैं महाराज नूं मत्था टेकिया है, ਉਹਦੇ अगे डंडौत बंधन कीती है। जिस तरह कोई अपने भगत अपने इष्ट नूं देखदा है, इष्ट मैंने परमात्मा नूं देखदा है, इस तरह ਉਹਦੇ ਹਿਰਦੇ ਦੇ ਵਿੱਚ, उर मैंने हिरदा, इस तरह ਉਹਦੇ ਹਿਰਦੇ ਦੇ ਵਿੱਚ गुरु नानक देव जी के वास्ते खुशी खेड़ा प्यार जिहड़ा वो भर रहा है। सारे उन्हां दे अंग जिहड़े हन, शरीर दे अंग हन, उन्हां दे लक्षण जिहड़े वो शुभ हन, सुंदर हन। लगे ओ बिलोकन, वो जिहड़ा विपर सीगा, पंडित सीगा, वो सारे अंगां नूं गुरु नानक देव जी महाराज दे अंगां नूं देख रहा है, हाथ फड़ के देख रहा, उंगलां फड़ के देख रहा, उन्हां दे चरण देख रहा, सारा कुछ उन्हां दे जिहड़े है शरीर देख रहा है। हरन चरण बर मृदुल सुहावे, लाल रंग दे कोमल चरण इंज शोभा पा रहे हन, जिवें कमल दियां फुल दियां पंखड़ियां जिहड़ियां ਉਹ ਜਿਹੜੀਆਂ ਫੈਲੀਆਂ ਹੋਈਆਂ ਹਨ, ਉਹਨਾਂ ਦੇ ਵਿੱਚ ਜਿਹੜੀਆਂ ਸੋਭ ਰਹੀਆਂ ਹਨ। ਉਹਨਾਂ ਦੀਆਂ ਭੁਜਾਵਾਂ, ਉਹਨਾਂ ਦੇ ਕੰਧੇ ਮੋਢੇ ਉੱਚੇ ਹਨ, ਬੜੇ ਸੁੰਦਰ ਦਿਖਾਈ ਦੇ ਰਹੇ ਹਨ। ਉਹਨਾਂ ਦੇ ਨੌ ਇਦਾਂ ਦਿਖਾਈ ਦੇ ਰਹੇ ਹਨ ਜਿੱਦਾਂ ਸੁੱਚੇ ਨਗੀਨੇ ਹਨ, ਸੁੱਚੇ ਮੋਤੀ ਹਨ। कर शाका इकसार विसाला, उन्हां दियां हत्थां दियां उंगलां जिहड़ियां ना वो सारियां इकसार हन, कोई छोटी कोई वड्डी नहीं है, इकसार हन। उन्हां दी छाती चौड़ी है, छाती चौड़ी है उन्हां दी, इदां दी नहीं जिहड़ा अज कहंदा 56 इंच दी छाती। उन्हां दी छाती जिहड़ी है वो चौड़ी है, और उन्हां दी छाती जिहड़ी वो शोभित शबशाला, और उहदे चों जिहड़ी शब जिहड़ी है, जिहड़ी रूहानियत है, जां जिहनूं कह रहे कि दिखाई दिख है, वो बड़ी सुंदर लग रही है। दाहन कर मैं चमर बनावा, सज्जे हथ विच उन्हां दे चौर दा निशान है। ये वैसे एक उन्हां दी अपनी ख्याल है, लेकिन इस गल का प्रमाण सानू गुरु ग्रंथ साहब दे विचों जदों पट साहिबान सवैये लिखते उन्हां चों नहीं मिलता हैगा। चलो हाँ, उन्हां दियां गल्लां बड़ियां गोल गोल जिहड़ियां सुंदर दिखाई दे रही हन, और उन्हां दे उपर जिहड़ी उच्ची होई उन्हां दे चेहरे उपर नासका है, वो होर उहदी सुंदरता नूं, जिहड़ी चेहरे दी सुंदरता नूं बढ़ा रही है, वधा रही है। जिहड़ा उन्हां दा मत्था है जिद्दां अद्धा चंद्रमा ना, इस तरह वो शोभा दे रहा है। परवट्टे जिहड़े हन वो उन्हां दे धनुख दे वर्गे हन, अते
त्रिकुटी जिहड़ी है वो बिना वालां तो है। ਸੁਣ ਕਾਲੂ ਸੁਧ ਤੋਹੇ ਵਿਚਛਣਾ। ਕਾਲੂ ਨੂੰ ਕਹਿ ਰਹੇ ਹਨ ਕਿ ਜਿਹੜਾ ਤੇਰਾ ਸੁੱਤ ਹੈ, ਜਿਹੜਾ ਤੇਰਾ ਪੁੱਤਰ ਹੈ, ਉਹ ਬੜੇ ਵਧੀਆ ਕਹਿੰਦੇ ਲੱਛਣਾਂ ਵਾਲਾ ਹੈ, ਸੁੰਦਰ ਹੈ। ਇਸ ਮੈਂ ਲਖੀਅਤ 3200 ਲੱਛਣ। ਸਾਧ ਸੰਗਤ ਜੀ 32 ਲੱਖਣਾਂ ਦੀ ਗੱਲ ਨਾਲ ਲੱਛਣਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਈ ਹੈ। ਇੱਕ ਔਰਤ ਦੇ ਵਿੱਚ 32 ਲੱਛਣਾਂ ਦੀ ਗੱਲ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਦੇ 32 ਦੇ 32 ਲੱਛਣ ਆ ਨਾ, ਉਹ ਸਾਰੇ ਹੀ ਗੁਰੂ ਨਾਨਕ ਦੇਵ ਜੀ ਦੇ ਵਿੱਚ ਹਨ। ਹੱਥ ਦੀ ਤਲੀ ਜਿਹੜੀ ਹੈ ਉਹ ਉਹਨਾਂ ਦੀ ਉੱਚੀ ਹੈ। ਆਹ ਗੱਲ ਸੁਣਿਓ ਹੁਣ ਧਿਆਨ ਨਾਲ। ਧਨ ਗੁਰੂ ਨਾਨਕ ਕੋਲ ਬਹੁਤ ਆਏਗਾ, ਪਰ ਮੇਰੇ ਗੁਰੂ ਨਾਨਕ ਨੂੰ ਧਨ ਦੀ ਲੋੜ ਨਹੀਂ ਹੈ। ਆਏਗਾ ਤੇ ਜਾਏਗਾ, ਆਏਗਾ ਤੇ ਮੋਦੀ ਖਾਨੇ ਦੀ ਗੱਲ ਇੱਕ ਆਪ ਜੀ ਨੂੰ ਸੁਣਾ ਦਿਆਂ। ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਵਿੱਚ ਨੌਕਰੀ ਕਰ ਰਹੇ ਆ ਤੇ ਕੋਈ ਆਇਆ ਜੀ ਉਹਨਾਂ ਕੋਲ ਲੈਣ ਵਾਸਤੇ ਅਨਾਜ। ਮਹਾਰਾਜ ਜੀ ਤੋਲਣ ਲੱਗੇ, ਤੋਲਦਿਆਂ ਤੋਲਦਿਆਂ ਮਹਾਰਾਜ ਜੀ ਕਹਿੰਦੇ ਆ ਇੱਕ, ਫਿਰ ਕਹਿੰਦੇ ਆ ਇੱਕ, ਫਿਰ ਕਹਿੰਦੇ ਆ ਇੱਕ, ਕਰਦਿਆਂ ਕਰਦਿਆਂ ਪਹੁੰਚ ਗਏ 7 ਤੇ ਕਹਿੰਦੇ ਕਹਿੰਦੇ ਨਾਨਕ, ਉਹਨੇ ਕਿਹਾ ਕਹਿੰਦੇ ਨਾਨਕ 7 ਹੋ ਗਿਆ। 7 ਗਿਣਤੀ ਹੋ ਗਈ, 1 ਤੋਂ 7 ਹੋ ਗਈ। 7 ਤੋਂ ਬਾਅਦ ਗਿਣਤੀ ਕਰਨ ਲੱਗੇ ਆ 7 7 7। ਕਹਿੰਦੇ ਰੱਬ ਦਾ ਭਲਾ ਤੂੰ ਮੋਦੀ ਖਾਨਾ ਲਟਾ ਦੇਗਾ, ਇੱਥੇ 13 ਹੋ ਗਿਆ। ਤੇ ਮਹਾਰਾਜ ਨੇ ਕਿਹਾ ਜਿਹੜਾ 1 ਹੈ ਉਹੀ 7 ਹੈ। ਜਿਹੜਾ ਜਦੋਂ 7 ਦੇ ਨਾਲ ਜੁੜਦੇ ਆ ਤੇ ਫਿਰ ਅੰਦਰੋਂ ਕਹਿੰਦਾ ਜੋ ਕਿਛ ਹੈ ਸਭ ਕੁਝ ਮੇਰਾ, ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। 1 ਹੈ ਤੇ 7 ਹੈ। ਜਿਹੜਾ 7 ਨਾਲ ਜੁੜ ਗਿਆ ਉਹ ਫੇ ਕਹਿੰਦਾ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੋ, ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੂੰ ਤਤ ਤੂੰ। ਕਹਿੰਦਾ ਮੈਨੂੰ ਤੇ ਹੁਣ ਤੂੰ ਹੀ ਕਹਿੰਦਾ ਦਿਖਾਈ ਦੇ ਰਿਹਾ ਹੈ। ਹਾਂਜੀ ਹਾਂ, ਉਹਨਾਂ ਕਹਿੰਦੇ ਮੈਂ ਬੜੇ ਜੋਤਿਸ਼ ਗ੍ਰੰਥ ਕਹਿੰਦੇ ਮੈਂ ਪੜ੍ਹੇ ਹਨ, ਕਹਿੰਦੇ ਜੋ ਮੈਂ ਉਹ ਤੋਂ ਪੜ੍ਹ ਕੇ ਦੇਖਿਆ ਹੈ ਉਸ ਹਿਸਾਬ ਨਾਲ ਵਿਚਾਰ ਕਰ ਰਿਹਾ ਹਾਂ। ਇਹ ਸ਼ੁਭ ਗੁਣਾਂ ਵਾਲਾ ਕਹਿੰਦੇ ਗੁਰੂ ਨਾਨਕ ਦੇਵ ਜੀ ਦਾ ਅਸੀਂ ਨਾ ਜਪਜੀ ਸਾਹਿਬ ਪੜ੍ਹਦੇ ਹਾਂ, ਉਹ 'ਚ ਇੱਕ ਬੜੀ ਪਿਆਰੀ ਪੰਕਤੀ ਹੈ, ਇੱਕੋ ਪੰਕਤੀ, ਬਿਨ ਗੁਣ ਕੀਤੇ ਭਗਤ ਨਾ, ਗੁਣਾਂ ਤੋਂ ਬਗੈਰ ਭਗਤੀ ਨਹੀਂ ਹੋਣੀ। ਉਹ ਗੁਣ ਕਿਹੜੇ ਕਿਹੜੇ ਆਪਾਂ ਵਿਚਾਰ ਕਰ ਲਈਏ। ਧਰਮ, ਅਰਥ, ਕਾਮ, ਮੋਹ, ਇਹ ਹੋ ਗਏ 4। ਇਹ ਚਾਰੇ ਜਿਹੜੇ ਗੁਣ ਹੈ, ਧੀਰਜ ਤੇ ਦਇਆ, ਮਾਫ ਕਰਨਾ, ਧੀਰਜ ਤੇ ਦਇਆ, ਇਹ 5 ਗੁਣ ਜਿਹੜੇ ਆ ਨਾ, ਧਰਮ, ਸਤ, ਦਇਆ, ਧੀਰਜ, ਇਹ 5 ਗੁਣ ਜਿਹੜੇ ਸਿੱਖ ਦੇ ਅੰਦਰ ਹੋਣੇ ਚਾਹੀਦੇ ਆ। ਇਹ ਤੋਂ ਬਗੈਰ ਭਗਤੀ ਨਹੀਂ ਹੋਣੀ। ਇੱਥੇ ਕਹਿ ਰਹੇ ਕਿ ਇਹਦੇ ਵਿੱਚ ਸਾਰੇ ਹੀ ਗੁਣ ਜਿਹੜੇ ਆ ਉਹ ਇਹਦੇ ਵਿੱਚ ਹਨ। ਮਹਿਮਾ ਅਮਿਤ, ਅਮਿਤ ਤੁਸੀਂ ਜਾਪ ਸਾਹਿਬ ਪੜ੍ਹਦੇ ਹੋ, ਸ਼ਬਦ ਹੁੰਦਾ ਅਮਿਤੋਜ ਕਹਿਜੈ, ਹੁੰਦਾ ਨਾ। ਅਮਿਤੋਜ ਦਾ ਮਤਲਬ ਹੈ ਕਿ ਪਰਮਾਤਮਾ ਦੇ ਭਾਰ ਨੂੰ ਕੋਈ ਤੋਲ ਨਹੀਂ ਸਕਦਾ। ਇੱਥੇ ਉਹ ਸ਼ਬਦ ਹੈ ਅਮਿਤ, ਮੈਨੇ ਜਿਹਨੂੰ ਕੋਈ ਮਿਣ ਨਹੀਂ ਸਕਦਾ, ਜਿਹਨੂੰ ਕੋਈ, ਇਹਦੀ ਮਹਿਮਾ ਇਤਨੀ ਹੋਵੇਗੀ ਕਿ ਇਹਦੀ ਮਹਿਮਾ, ਇਹਦਾ 5 ਭੂਤਕ ਸਰੀਰ ਜਹਾਨ ਤੋਂ ਬਾਅਦ ਵੀ ਇਹਦੀ ਮਹਿਮਾ ਜਿਹੜੀ ਹੈ ਉਹ ਦੁਨੀਆ ਕਰਦੀ ਰਹੇਗੀ। ਉਹਦਾ ਕੋਈ ਅਮਿਤ ਨਹੀਂ ਹੈ, ਉਹਦੀ ਕੋਈ ਖਲਾਸੀ ਨਹੀਂ ਹੋਵੇਗੀ, ਉਹਦਾ ਕੋਈ ਖਾਤਮਾ ਨਹੀਂ ਹੋਵੇਗਾ। ਇਹ ਜਿਹੜਾ ਅਵਤਾਰ ਹੈ, ਇਹ ਜਿਹੜਾ ਅਵਤਾਰ ਹੈ ਸਤ ਚਿੱਤ ਅਵਤਾਰ, ਇਹਨੂੰ ਜਾਣਨਾ ਪਵੇਗਾ। ਸਤ ਚਿੱਤ ਆਨੰਦ ਅਵਤਾਰ ਇਹਨੂੰ ਮੰਨਣਾ ਪਵੇਗਾ। ਦਿਜ ਦਿਰਸਾਏ ਧਾਏ ਡਿਗ ਮਾਤਾ, ਜਿਹੜੀ ਉਹ ਆਪਣੀ ਦੌਲਤਾ ਦਾਈ ਹੈ, ਉਹਨੂੰ ਇਹ ਸਾਰਾ ਕੁਝ ਦੱਸਿਆ ਹੈ। ਉਹਨਾਂ ਨੂੰ ਸੁੰਦਰ ਬਾਲਕ ਇਹ ਗੱਲ ਕਹਿ ਕੇ ਫੜਾ ਦਿੱਤਾ, ਵਾਪਸ ਬੱਚਾ ਉਹਨਾਂ ਨੂੰ ਦੇ ਦਿੱਤਾ ਹੈ ਬਾਲਕ। ਕਾਲੂ ਨੇ ਕਿਹਾ, ਮਹਿਤਾ ਕਾਲੂ ਜੀ ਕਹਿੰਦੇ ਆ ਵੀ ਹੁਣ ਤੁਸੀਂ ਇਹਦਾ ਨਾਮ ਰੱਖੋ, ਇਹਦਾ ਤੁਸੀਂ ਨਾਮ ਦਾ ਰੱਖੋ, ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਪੰਡਤ ਹੁੰਦੇ ਸੀਗੇ, ਪੁਰੋਹਿਤ ਹੁੰਦੇ ਸੀਗੇ, ਉਹ ਬੱਚਿਆਂ ਦੇ ਨਾਮ ਜਿਹੜੇ ਆ ਉਹ ਰੱਖਿਆ। ਈਵਨ ਇੱਥੋਂ ਤੱਕ ਅਸੀਂ ਪੜ੍ਹਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਰਿਸ਼ਤਾ ਵੀ ਇੱਕ ਪੁਰੋਹਿਤ ਜਿਹੜਾ ਸੀ ਉਹ ਕਰਕੇ ਆ ਗਿਆ ਸੀਗਾ। ਉਹ ਗੱਲ ਬਾਅਦ 'ਚ ਵੱਖਰੀ ਹੈਗੀ ਹੈ ਵੀ ਉਹ ਰਿਸ਼ਤਾ ਨੇਪਰੇ ਨਹੀਂ ਚੜਿਆ, ਕਿਉਂਕਿ ਉਹਨਾਂ ਨੇ ਕੁਝ ਗਲਤ ਜਿਹੜੀਆਂ ਗੱਲਾਂ ਕਹਿਤੀਆਂ ਸੀਗੀਆਂ ਗੁਰੂ ਘਰ ਦੇ ਬਾਰੇ। ਇਹ ਪੁਰੋਹਿਤ ਹੀ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਆ ਉਹ ਸਾਰੇ ਇਹ ਕਾਰਜ ਕਰਦੇ ਸਨ। ਮੈਂ ਕਹਿੰਦਾ ਸਾਰਾ ਕੁਝ ਸਮਾਂ ਵਿਚਾਰ ਕੇ, ਮੈਂ ਕਹਿੰਦਾ ਸਾਰਾ ਕੁਝ ਦੱਸਦਾ ਹਾਂ, ਘਰ ਜਾ ਕੇ ਸਾਰਾ ਕੁਝ ਜਾ ਕੇ ਦੱਸਦਾ ਹਾਂ।
ਇਹਦਾ ਨਾਮ ਕਹਿੰਦਾ ਮੈਂ ਜਾ ਕੇ ਸਾਰਾ ਦੇਖਦਾ, ਸੋਧ ਵਿਚਾਰ ਕਰਕੇ ਮੈਂ ਨਾਮ ਰੱਖਦਾ ਹਾਂ। ਹਾਂ, ਤੂੰ ਹੁਣ ਇਹ ਕੰਮ ਕਰ, ਤੂੰ ਆਪਣੇ ਕੁੱਲ ਦਾ ਕੰਮ ਕਰ ਵੀ ਤੇਰੀ ਕੁੱਲ ਬੇਦੀਆਂ ਦੀ ਕੁੱਲ ਹੈ। ਜਿਹੜਾ ਵੀ ਤੇਰੇ ਘਰ ਮੰਗਣ ਲਈ ਆਵੇ ਨਾ, ਉਹਦੀਆਂ ਝੋਲੀਆਂ ਭਰ ਕੇ ਉਹਨੂੰ ਦੇ। ਪੁੱਤਰ ਜੰਮਿਆ ਨਾ ਘਰ ਦੇ ਵਿੱਚ, ਕਹਿੰਦੇ ਹੁਣ ਇੱਥੋਂ ਨਾ ਤੇਰੀ ਜੋ ਕੁੱਲ ਦਾ ਕੰਮ ਹੈ ਤੂੰ ਉਹ ਕਰ। ਕਹਿੰਦੇ ਜਿਹੜਾ ਵੀ ਤੇਰੇ ਘਰ ਮੰਗਣ ਆਵੇ ਉਹਦੀਆਂ ਝੋਲੀਆਂ ਕਹਿੰਦੇ ਭਰ ਦੇ ਵੀ। ਜੋ ਜਾਚੇ, ਜਿਹੜੇ ਭਿਖਾਰੀ ਬਣ ਕੇ ਆਉਣਗੇ, ਮੰਗਣ ਆਉਣਗੇ, ਉਹਨਾਂ ਨੂੰ ਖਾਲੀ ਨਾ ਕਹਿੰਦੇ ਘਰੋਂ ਤੋਰੀ। ਇਹ ਕਹਿ ਕੇ ਆਪਣੇ ਘਰ ਚਲਾ ਗਿਆ। ਜੋਤਿਸ਼ ਕਰਤ ਵਿਚਾਰ ਜਾ ਕੇ ਵਿਚਾਰ ਕਰਨ ਲੱਗਾ ਹੈ। ਤੇ ਉਹ ਫਿਰ ਜਿਹੜੇ ਉਹ ਘਰ ਹੁੰਦੀ ਆ, ਜਿਸ ਤਰ੍ਹਾਂ ਘਰਾਂ ਦੇ ਵਿੱਚ ਸਿਹਰੇ ਬਣਦੀ ਆ, ਇਹ ਉਹ ਵਗੈਰਾ, ਉਹ ਸਾਰੇ ਬੰਨੇ ਗਏ ਹਨ। ਬੜੇ ਕਹਿੰਦੇ ਜਿਹੜੇ ਭਿਖਾਰੀ ਹਨ, ਜਾਚਕ ਭਿਖਾਰੀ, ਵੈਸੇ ਤੇ ਅਸੀਂ ਵੀ ਭਿਖਾਰੀ ਹਾਂ। ਜਗਤ ਭਿਖਾਰੀ ਸਭ ਕੋ ਦਾਤਾ ਰਾਮ। ਅਸੀਂ ਭਿਖਾਰੀ ਹੈਗੇ। ਸਾਰੇ ਜਿਹੜੇ ਆਉਂਦੇ ਆ ਉਹ ਮੰਗਣ ਵਾਸਤੇ। ਅਸੀਂ ਵੀ ਰੋਜ਼ ਮੰਗਦੇ ਹਾਂ, ਆਖੇ ਮੰਗੇ ਦੇ ਦੇ, ਦੇ ਦੇ, ਆਖੇ ਮੰਗੇ ਦੇਹ ਦੇਹ। ਫਿਰ ਕੀ ਕਰਦਾ? ਦਾਤ ਕਰੇ, ਦਾਤ ਕਰੇ ਦਾਤਾਰ। ਹਾਂਜੀ ਚਲੋ ਜੀ। ਤਾਲਨਪੁਰ ਖੁਸਰੇ ਆਉਂਦੇ ਹਨ, ਉਹ ਆ ਕੇ ਨੱਚਦੇ ਹਨ। ਉਹਨਾਂ ਸਾਰਿਆਂ ਨੂੰ ਜਿਹੜੀਆਂ ਭੇਟਾਵਾਂ ਉਹ ਦਿੰਦੇ ਹਨ। ਕੋਈ ਢੋਲਕ ਫੜ ਕੇ ਆ ਰਿਹਾ, ਕੋਈ ਟੱਲੀਆਂ ਵਜਾ ਰਿਹਾ। ਕਹਿਣ ਤੋਂ ਭਾਵ ਕਿ ਘਰ ਦੇ ਵਿੱਚ ਨਾ ਇਹ ਸਾਰਾ ਕੁਝ ਖੁਸ਼ੀ ਦਾ ਮਾਹੌਲ ਬਣਿਆ ਪਿਆ। ਸਾਰੇ ਮੰਗਣ ਆਉਂਦੇ ਆ ਆਪਣੇ ਆਪਣੇ ਤਰੀਕੇ ਨਾਲ। ਅਸੀਂ ਵੀ ਦੇਖਦੇ ਪੰਜਾਬ ਦੇ ਵਿੱਚ ਨਾ 5-5 ਜਣੀਆਂ ਪਿੱਛੋਂ ਆਉਣਗੀਆਂ ਮੰਗਣ ਵਾਸਤੇ। ਜਦੋਂ ਘਰ ਹੁੰਦੀਆਂ ਤੇ 2 ਪਾਰਟੀਆਂ ਬਣ ਜਾਂਦੀਆਂ, ਪਿੱਛੋਂ 5 ਹੁੰਦੀਆਂ, ਇੱਥੇ ਆ ਕੇ 2 ਆਖੇ ਜੀ ਮੈਂ 2 ਆ ਤੇ 3 ਆ। ਪੈਸੇ ਦਾ ਲਾਲਚ ਹੈ ਨਾ, ਇਦਾਂ ਹੀ ਕਰਦੀਆਂ ਨਾ। ਉਹੀ ਕੁਛ ਇੱਥੇ ਹੋ ਰਿਹਾ ਹੈ। ਸਾਰੇ ਜਿਹੜੇ ਗੀਤ ਮਧੁਰ ਮਧੁਰ ਗੀਤ ਜਿਹੜੇ ਆ ਕੇ ਗਾ ਰਹੇ ਹਨ। ਦੇਹ ਸੁਹਾਤੀ ਸੁੰਦਰ ਗਾਰੀ, ਜਿਹੜੀਆਂ ਸੁੰਦਰ ਸਿੱਠਣੀਆਂ ਜਿਹੜੀਆਂ ਉਹ ਦੇ ਰਹੀਆਂ ਹਨ। ਬੱਚੇ ਦੀ ਸਿਫਤ ਦੇ ਵਿੱਚ, ਬੱਚੇ ਦੀ ਛੱਬ ਨੂੰ ਦੇਖ ਕੇ ਜਿਹੜੇ ਹਨ ਉਹ ਸਿੱਠਣੀਆਂ ਦੇ ਰਹੀਆਂ ਹਨ। ਹਾਂ, ਸਾਰੇ ਸ਼ਰੀਕ ਜਿਹੜੇ ਆ ਕਾਲੂ ਦੇ, ਮਹਿਤਾ ਕਾਲੂ ਜੀ ਦੇ ਪਰਿਵਾਰ ਵਾਲੇ ਸਾਰੇ ਮਿਲ ਕੇ ਆਏ ਹਨ। ਬੀਬੀਆਂ ਨੂੰ ਤੇ ਆਹੀ ਕੰਮ ਹੈ। ਮਾਫ ਕਰਨਾ ਮੇਰੀ ਉਹ ਧੀਓ, ਤਿਆਰ ਹੋ ਕੇ ਸੱਜ ਧੱਜ ਕੇ ਮਹਿਤਾ ਕਾਲੂ ਦੇ ਘਰ ਆਈਆਂ ਹਨ। ਮੈਂ ਸੋਚ ਰਿਹਾ ਸੀਗਾ, ਮੈਂ ਕਿਹਾ ਜਿੰਨੇ ਫੈਸ਼ਨ ਮੇਰੀਆਂ ਧੀਆਂ ਦੇ ਭੈਣਾਂ ਦੇ ਹਨ, ਸਾਡਾ ਵਿਚਾਰਿਆਂ ਦਾ, ਸਾਡਾ ਤੇ ਉਹੀ 200 ਮੀਟਰ ਕੱਪੜਾ ਲੈ ਲਓ, ਕੁੜਤਾ ਪਾ ਲਓ। ਬੀਬੀਆਂ ਦੇ ਉੱਥੇ ਉਹ ਦੇਖੋ, ਮੈਂ ਨਹੀਂ ਕਹਿ ਰਿਹਾ, ਉਹ ਕਹਿ ਰਿਹਾ, ਕਹਿੰਦਾ ਚੰਗੀ ਤਰ੍ਹਾਂ, ਕਹਿੰਦਾ ਸੱਜ ਧੱਜ ਕੇ, ਕਹਿੰਦਾ ਬੀਬੀਆਂ ਮਹਿਤਾ ਕਾਲੂ ਦੇ ਘਰ ਉਹਦੇ ਪੁੱਤਰ ਨੂੰ ਦੇਖਣ ਆਈਆਂ ਹਨ। ਅਲੰਕਾਰ ਨਾ ਕੰਚਨ ਪੀਨੇ, ਗਹਿਣੇ ਤੇ ਨਗ ਸੋਨੇ ਦੇ ਪਾ ਕੇ ਬੀਬੀਆਂ ਆਈਆਂ ਹਨ। ਕੰਨਾਂ ਵਿੱਚ ਵਾਲੀਆਂ ਤੇ ਨੱਥਾਂ ਬਹੁਤ ਵਧੀਆ ਲੱਗਦੀਆਂ ਹਨ। ਚਲੋ ਛੱਡੋ, ਅੱਗੇ ਚਲੀਏ ਆਪਾਂ, ਹੋਰ ਨਾ ਮੇਰੀਆਂ ਧੀਆਂ ਗੁੱਸਾ ਕਰਨ ਗੱਲ। ਚਲੋ। ਪਈ ਭੌਣ ਮੈਂ ਭਾਰੀ ਭੀਰਾ, ਪਰਿਵਾਰ ਉਸ ਘਰ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦਾ ਆਉਣ ਜਾਣ, ਭੀੜ ਹੋ ਗਈ ਹੈ। ਖੁਸ਼ੀ ਦੇ ਵਿੱਚ ਉਹਨਾਂ ਦੇ ਅੰਦਰੋਂ ਧੁਨੀਆਂ ਨਿਕਲਦੀਆਂ ਹਨ, ਗਾਣੇ ਗਾ ਰਹੀਆਂ ਹਨ। ਹਾਂ, ਇਸ ਤਰ੍ਹਾਂ ਲੱਗ ਰਹੀਆਂ ਹਨ ਜਿਸ ਤਰ੍ਹਾਂ ਉਹ ਦੇਵਤਿਆਂ ਦੀਆਂ ਵੋਟੀਆਂ ਹੋਣ। ਜਿਹੜੀਆਂ ਬੀਬੀਆਂ ਉਹਨਾਂ ਘਰ ਆਈਆਂ, ਜਿਸ ਤਰ੍ਹਾਂ ਦੇਵਤਿਆਂ ਦੀਆਂ ਵੋਟੀਆਂ, ਉਹਨਾਂ ਦੀਆਂ ਘਰ ਵਾਲੀਆਂ ਸੁੰਦਰ ਗਹਿਣੇ ਪਾ ਕੇ ਸੁੰਦਰ ਬਣ ਕੇ ਆਈਆਂ ਹਨ। ਹੁਣ ਇੱਥੋਂ ਆਪਾਂ ਇੱਕ ਗੱਲ ਤੇ ਦੇਖ ਲਈਏ ਕਿ ਮਹਿਤਾ ਕਾਲੂ ਦਾ ਆਪਣੇ ਪਰਿਵਾਰ ਦੇ ਵਿੱਚ, ਸਾਰੇ ਮੁਹੱਲੇ ਦੇ ਵਿੱਚ ਕਿਤਨਾ ਜ਼ਿਆਦਾ ਪ੍ਰਭਾਵ ਹੈ ਤੇ ਕਿਤਨਾ ਉਹਦਾ ਸਤਿਕਾਰ ਹੈ। ਇਹ ਵੀ ਗੱਲ ਨਾਲ ਦੇਖ ਕੇ ਚਲੋ। ਨਹੀਂ ਤੇ ਆਮ ਤੌਰ ਤੇ ਸਾਡੇ ਘਰਾਂ 'ਚ ਬੱਚਾ ਜਨਮਿਆ ਤੇ ਲੱਗਦਾ ਗਵਾਂਢੀ ਜਿਹੜਾ ਨਾ ਉਹ ਦੁਖੀ ਹੋ ਕੇ ਬਹਿ ਜਾਂਦਾ, ਕਹਿੰਦਾ ਕੋਈ ਨਹੀਂ ਮਿਲ ਲਵਾਂਗੇ ਜੇ ਕਿਤੇ ਬਾਹਰ ਮਿਲ ਲੂਗਾ ਤੇ। ਲੇਕਿਨ ਦੇਖੋ ਤੁਸੀਂ ਇੱਥੋਂ ਮਹਿਤਾ ਕਾਲੂ ਜੀ ਦਾ, ਉਹਨਾਂ ਦਾ ਸਮਾਜ ਵਿੱਚ ਕਿਤਨਾ ਰੁਤਬਾ ਹੈ ਕਿ ਸਾਰੇ ਜਿਹੜੇ ਹਨ ਉਹ ਉਹਨਾਂ ਦੇ ਘਰ ਵਿੱਚ ਆਏ ਹਨ ਮਿਲਣ ਵਾਸਤੇ, ਬੱਚੇ ਨੂੰ ਦੇਖਣ ਵਾਸਤੇ। ਉਹਨਾਂ ਦੇ ਘਰ ਭੀੜ ਲੱਗੀ ਹੋਈ ਹੈ। ਹਾਂ, ਕਾਲੂ ਦੇ ਘਰ ਦੇ ਵਿੱਚ ਮੰਗਲ ਗਾਏ ਜਾ ਰਹੇ ਹਨ। ਦਰ ਪਰ ਲੱਗ ਨਿਸ਼ਾਨ, ਘਰ ਦੇ ਵਿੱਚ ਛੋਟੇ ਛੋਟੇ ਨਗਾਰੇ, ਸੁੰਦਰ ਜਿਹੜੇ ਢੋਲ ਹੈ ਉਹ ਵੱਜ ਰਹੇ ਹਨ। ਢਾਡੀ ਆ ਰਹੇ ਹਨ, ਪੱਟ ਆ ਰਹੇ ਹਨ ਮੰਗਣ ਵਾਸਤੇ। ਸਾਰੇ ਜਿਹੜੇ ਆ ਸੀਸਾਂ ਪ੍ਰਾਪਤ ਕਰ ਰਹੇ ਹਨ ਤੇ ਮਹਿਤਾ ਉਹਨਾਂ ਨੂੰ, ਮਹਿਤਾ ਕਾਲੂ ਦੇ ਗੁਣ ਗਾ ਰਹੇ ਹਨ। ਨਰ ਤੇ ਨਾਰੀ ਹਰ ਇੱਕ ਜਿਹੜਾ ਹੈ ਵਧਾਈ ਦੇ ਰਿਹਾ ਹੈ। ਇੱਕ ਮੈਂ ਬੇਨਤੀ ਕਰਾਂ, ਮਹਿਤਾ ਕਾਲੂ ਜੀ ਨੂੰ, ਉਹਨਾਂ ਦੀ ਇਮਾਨਦਾਰੀ, ਰਾਏ ਬੁਲਾਰ ਦਾ ਬਾਪ ਚੜ੍ਹਾਈ ਕਰ ਗਿਆ,
बड़े ध्यान नाल सुनियो। ते मेहता कालू ओदी सारी जमीन सांभदा सीगा। इतनी रंचक भी बेईमानी मेहता कालू दे अंदर नहीं आई कि प्यो है नहीं गा, बच्चा छोटा है, मैं अपने नां ते जमीन करा लवां। जदों राय बुलार जी 18 सालां दे होए उदों सारा कुछ उहदे हत्थ फड़ा दिता कि आ तेरे बाप दा सारा कुछ है। यही ईमानदारी, अगे सुनियो, यही ईमानदारी गुरु नानक दे कोल, पुछो किदां। 1173 विच बाबा फरीद जी दा आगमन हो रहा अज दे दिन, अज बाबा फरीद जी दा आगमन है। 1170 विच भगत जयदेव जी बंगाल की धरती ते, उन्हां तो बाद बाबा कबीर जी सारे, उन्हां दी बाणी गुरु नानक कोल है। लेकिन गुरु नानक की ईमानदारी देखो, गुरु नानक ने उन्हां दी बाणी ते किते भी नानक शब्द लिख के अपने नां ते मोहर नहीं लाई कि ये बाणी मेरी है। ये बाप दे वल्लों मिली हुई ईमानदारी गुरु नानक दे घर दे विच, गुरु नानक दे हिरदे दी ईमानदारी जिहड़ी बोलदी पई है। नहीं तो मेरे वर्गा तुसी 4 लाइनां लिखो, तुसी किते ना छपाइयां होण, मैं चोरी करके कह दूंगा मैं लिखियां। साडे हालात है ना, साडे हालात है ना, ये साडे हालात। लेकिन देखो तुसी गुरु नानक देव जी कोल भगत साहबाना दे 773 शब्द है, 773 शब्द है भगत साहबाना दे। और ईमानदारी देखो गुरु नानक देव जी दी, उन्होंने एज इट इज साम के रखिया और अपनी बाणी जिहड़ी है वो अगे गुरु अंगद देव जी की झोली विच पा के गए हैं। हाँ जी, देनों उचित लखियो, जो 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 कुछ मंगदा पिया सीगा उन्होंने दे रहे हैं। वो कालू उन्होंने, मेहता कालू उन्होंने दे रहा है। जो ओदे परिवार की रीत सी वो सारी उन्हें रीत जिहड़ी है निभाई है। बेदी कुल की रीत जो सी, नगर विच सारे नर नारियां ने उन्हां दी परम पवित्र जिहड़ी कीर्ति जिहड़ी आ वो कर रहे हैं। इदां लग रहा जिदा पता नहीं किड्डा को बड़ा अमीर है जिहदे घर दे विच पुत्र ने जन्म लिया है, क्योंकि जो भी आ रहा उहदियां झोलियां भर के मेहता कालू जी भेज रहे हैं। अस उत्सव की नो किस नाही, किसे ने भी अजिहा उत्सव कहते अजे तक नहीं किया। किसी के घर पुत्र कईयां दे घर जन्मे है, लेकिन इन्नी खुशी एडा वड्डा उत्सव किसी ने नहीं किया। कहे परस पर मिलना नारी, सारे नर ते नारी मिल के कह रहे हैं। ये कोई वड्डे भागां वाला कहते पुत्र कहते जन्मिया है, सारे कह रहे हैं वड्डे भागां वाला पुत्र जन्मिया है। 6 दिनों के बाद, 6 दिन का समा बीत गया है। गुरु नानक देव जी महाराज के आगमन तो 6 दिन हो गए हैं। ते उस तो बाद उन्होंने छज में चावल पा के जो उन्होंने रीत सी छट्टे हैं, जो उन्होंने रीत सी उस समय की त्रौदस लो जी। हुण 13वें दिन जाके पंडित उन्होंने घर आया। त्रौदस दिवसै संख्या कीनी, पंडित 13वें दिन उन्होंने घर आया है। आ करके कालू नूं दसिया है, खबर दिती है, बच्चे का नाम कहते नानक रखिया जावे। अगे चलो जी। इहदे बराबर कहते दुनिया ते कोई नहीं, कहते ना होया ते ना कहते ये पंडित कह रहा। इसके सरबर इसकी सरबर को ना जनीजे, इहदे बराबर किसे नूं ना कहते जानिया जावे। पंडित ने कहा बच्चे नूं चोला पवाया जावे, तैयार किया जावे। फिर कालू जी बोले हन, सुनो की कहते हैं। कहते ये ते नाम लगता मैनू जिदा हिंदुआं दा ते मुसलमानां दा रलिया मिलिया नाम है, कहते नानक। अगा आपे आपां ना नानक शब्द के अर्थ करके जाना जो भाई नंद लाल ने कीते हैं। हाँ जी, कहते ब्राह्मण ये नाम कहते नहीं रखते हैं। कोई होर नाम देखो, कहते कोई होर नाम लभो, कहते कहते कोई चंगे माड़े दी विचार कर लो हिरदे विच, कहते
फुल फल लागै। ਜਿਹੜਾ ਕਹਿੰਦੇ ਖੱਤਰੀਆਂ ਦੇ ਵਿੱਚ ਨਾਮ ਰਲਦਾ ਮਿਲਦਾ ਹੋਵੇ ਉਹ ਨਾਮ ਰੱਖੀਏ ਆਪਾਂ ਕਹਿੰਦੇ। ਧਰੋ ਨਾਮ ਅਸ ਵਿਪਰ ਸੁਭਾਗੈ। ਇਹ ਕਹਿੰਦੇ ਬ੍ਰਾਹਮਣ ਜੀ ਕੋਈ ਇਸ ਤਰ੍ਹਾਂ ਦਾ ਨਾਮ ਰੱਖੋ, ਕਹਿੰਦੇ ਸੁਭਾਗਾ ਕੋਈ ਇਦਾਂ ਨਾਮ ਰੱਖੋ ਜਿਹੜਾ ਖੱਤਰੀਆਂ ਦਾ ਕਹਿੰਦੇ ਨਾਮ ਹੋਵੇ। ਦੋਰਾ ਪੂਰਵ ਰਾਖੈ ਨਾਮ ਜੇ ਪਾਛੇ ਹਿੰਦੂਆਂ ਨ ਜੋਏ। ਕਹਿੰਦੇ ਹਿੰਦੂਆਂ ਵਿੱਚ ਜੋ ਪਹਿਲਾਂ ਨਾਮ ਰੱਖੇ ਜਾਂਦੇ ਰਹੇ ਹਨ, ਅਜਿਹਾ ਨਾਮ ਹਿਰਦੇ ਵਿੱਚ ਵਿਚਾਰ ਕੇ ਕਿਸੇ ਤਰਕ ਤੋਂ ਬਗੈਰ ਕਹੋ। ਇਹੋ ਹੀ ਨਾਮ ਪੰਡਤ ਕਹਿ ਰਿਹਾ, ਇਹੋ ਹੀ ਨਾਮ ਕਹਿੰਦਾ ਹਿਰਦੇ ਵਿੱਚ ਕੋਈ ਤਰਕ ਨਾ ਲੈ ਕੇ ਆਓ, ਕਹਿੰਦੇ ਇਹੋ ਹੀ ਨਾਮ ਰੱਖਿਆ ਜਾਵੇਗਾ। ਰੱਖੋ ਕਹਿੰਦੇ ਜਦੋਂ ਇਹ ਬਚਨ ਪੰਡਤ ਦਾ ਬ੍ਰਾਹਮਣ ਦਾ ਮਹਿਤਾ ਕਾਲੂ ਜੀ ਨੇ ਸੁਣਿਆ, ਫਿਰ ਸਮਝਾ ਰਿਹਾ ਕਹਿੰਦਾ ਇਹ ਬੜਾ ਵੱਡਾ ਅਵਤਾਰ ਹੈ। ਅੱਗੇ ਸੁਣਿਓ, ਕਹਿੰਦਾ ਰਾਮ ਤੇ ਕ੍ਰਿਸ਼ਨ ਉਹ ਵੀ ਅਵਤਾਰ ਹੋਏ ਆ। ਕਹਿੰਦਾ ਬੜੇ ਧਿਆਨ ਨਾਲ ਸੁਣਿਓ ਅਗਲੀ ਪੰਕਤੀ, ਕਹਿੰਦਾ ਉਹਨੂੰ ਸਿਰਫ ਹਿੰਦੂ ਹੀ ਪੂਜਦੇ ਸੀਗੇ ਪਰ ਮੁਸਲਮਾਨ ਉਹਨੂੰ ਨਹੀਂ ਸੀ ਪੂਜਦੇ। ਸ਼੍ਰੀ ਰਾਮਚੰਦਰ ਜੀ ਨੂੰ ਤੇ ਸ਼੍ਰੀ ਕ੍ਰਿਸ਼ਨ ਨੂੰ ਸਿਰਫ ਹਿੰਦੂ ਹੀ ਪੂਜਦੇ ਸੀਗੇ, ਤੁਰਕ ਨਹੀਂ ਸੀ ਕਹਿੰਦਾ ਪੂਜਦੇ। ਅੱਗੇ ਦੇਖਿਓ, ਇਸ ਬਾਲਕ ਦੇ ਚਰਨਾਂ ਦੇ ਵਿੱਚ ਦੋਨੋਂ ਆ ਕੇ ਡਿੱਗਣਗੇ ਕਹਿੰਦੇ। ਔਰ ਤੁਹਾਨੂੰ ਪਤਾ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਉਹਨਾਂ ਦਾ ਆਖਰੀ ਸਮਾਂ, ਤੇ ਜਿਹੜੀ ਚਾਦਰ ਸੀਗੀ ਅੱਧੀ ਉਧਰ ਤੇ ਅੱਧੀ, ਉਹ ਕਹਿੰਦੇ ਆ ਸਾਡਾ ਪੀਰ ਹੈ ਤੇ ਅਸੀਂ ਕਹਿੰਦੇ ਆ ਸਾਡਾ ਗੁਰੂ ਹੈ। ਇਹਦਾ ਮਤਲਬ ਉਹ ਦੋਨੋਂ ਹੀ ਉਹਨਾਂ ਨੂੰ ਆ ਗੱਲ ਕਹਿ ਰਿਹਾ, ਇਸ ਕੋ ਮਾਨੇਂਗੇ ਦੋ ਹਿੰਦੂ ਤੁਰਕ ਸਿੱਖ ਹੋਏ ਸਭ ਕੋ। ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ, ਦੋਨੋਂ ਹੀ ਇਹਦੇ ਸਿੱਖ ਬਣਨਗੇ, ਦੋਨੋਂ ਹੀ ਇਹਦੀ ਸਿੱਖਿਆ ਤੇ ਚੱਲਣਗੇ। ਇਹਦੇ ਚਰਨ ਜਿਹੜੇ ਆ ਨਾ ਕਹਿੰਦੇ ਉਹਨਾਂ ਦੇ ਨਾਲ ਕਹਿੰਦੇ ਲੱਗਣਗੇ। ਜਿਹੜਾ ਵੀ ਲੱਗੇਗਾ, ਜਿਹੜਾ ਗੁਰੂ ਨਾਨਕ ਦੇ ਚਰਨਾਂ ਨੂੰ ਫੜ ਲਵੇਗਾ ਨਾ, ਉਹ ਇਸ ਭਵ ਸਾਗਰ ਤੋਂ ਪਾਰ ਹੋ ਜਾਵੇਗਾ। ਸੰਗਤ ਕਰੇ, ਜਿਹੜਾ ਇਹਦੀ ਸੰਗਤ ਕਰੇਗਾ ਉਹ ਆ ਜਿਹੜਾ ਭਵ ਸਾਗਰ, ਅੱਗ ਦਾ ਸਾਗਰ, ਸੰਸਾਰ ਨੂੰ ਕਿਹਾ ਅੱਗ ਦਾ ਸਾਗਰ, ਇੱਥੋਂ ਕਹਿੰਦੇ ਤਰ ਜਾਵੇਗਾ। ਕਹਿੰਦੇ ਸਾਰੇ ਸੰਸਾਰ ਦੇ ਵਿੱਚ ਉਹ ਉਜਾਗਰ ਹੋਏਗਾ ਉਹਦਾ ਨਾਮ, ਜਿਹੜਾ ਗੁਰੂ ਨਾਨਕ ਦੇ ਨਾਮ ਦੇ ਨਾਲ ਉਹਦੇ ਚਰਨਾਂ ਨੂੰ ਜਿਹੜਾ ਪਕੜੇਗਾ, ਸੰਗਤ ਕਰੇਗਾ। ਇਹ ਤੇ ਸਾਰੀ ਸ੍ਰਿਸ਼ਟੀ ਨੂੰ ਕਹਿੰਦੇ ਤਾਰ ਦੇਵੇਗਾ। ਇਹ ਕਹਿੰਦੇ ਨਾਮ ਭਗਤੀ ਦਾ ਨਾਮ ਸਾਰਿਆਂ ਦੇ ਹਿਰਦੇ ਵਿੱਚ ਦੇ ਕੇ ਉਹਨਾਂ ਦਾ ਸੰਸਾਰ ਤੋਂ ਕਹਿੰਦੇ ਉਧਾਰ ਕਰ ਦੇਵੇਗਾ। ਇੱਥੇ ਤੱਕ ਸੀ ਗੁਰੂ ਨਾਨਕ ਦੇਵ ਜੀ ਦਾ ਨਾਮ। ਨਾਨਕ ਨਾਮ ਦੇ ਅਰਥ ਸਮਾਂ ਮੇਰੇ ਕੋਲ ਵੈਸੇ ਨਹੀਂ ਹੈਗਾ, ਜੇ ਤੁਸੀਂ ਕਹੋ ਤੇ ਮੈਂ 5-7 ਮਿੰਟ ਲਾ ਲੈਣ ਦੀ ਇੱਥੇ ਸਮਾਪਤੀ ਕਰ ਦਿੰਦਾ। ਮੈਂ ਭਾਈ ਨੰਦ ਲਾਲ ਜੀ ਕਹਿੰਦੇ ਹੈ ਨਾਨਕ ਸ਼ਬਦ ਦੇ ਅਰਥ ਕੀ ਹੈ। ਹਰਦੋ ਨੂਨ, ਫਾਰਸੀ ਦੇ ਸ਼ੇਰ ਉਹਨਾਂ ਦਾ ਹੈਗਾ, ਹਰਦੋ ਨੂਨ ਨਾਮ ਪਾਕਸ਼ ਨਈਮ व ਨਸੀਰ व ਅਲਫ ਮਿਆਨਾ ਆਹਦ ਕਾਫ ਆਖਰੀ ਕਬੀ। ਅਰਥ ਕਰਦਾ ਇਹਦੇ ਮੈਂ, ਗੁਰੂ ਨਾਨਕ ਦੇਵ ਜੀ ਦੀ ਉਹਨਾਂ ਨੇ ਸਿਫਤ ਕੀਤੀ ਹੈ ਭਾਈ ਨੰਦ ਲਾਲ ਜੀ ਨੇ। ਵੈਸੇ ਜੇ ਸਿਫਤ ਦੇਖਣੀ ਹੋਵੇ ਨਾ ਤੇ ਸਿਫਤ ਗੁਰੂ ਰਾਮਦਾਸ ਜੀ ਪਤਾ ਕੀ ਕਹਿੰਦੇ ਆ, ਕਹਿੰਦੇ ਧੰਨ ਧੰਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਂਤ। ਗੁਰੂ ਰਾਮਦਾਸ ਦੀ ਸਿਫਤ ਕਰਦੇ ਆ, ਜੋ ਹਮਰੀ ਬਿਦ ਹੋਤੀ ਮੇਰੇ सतगुरा साबिद तुम्हारे जानहु आपे, हम रुलते फिरते कोई बात न पूछता, गुर सतगुर संग कीरे हम थापे। धन धन गुरु नानक जन केरा, धन धन गुरु नानक जन केरा, जित मिलिया चूके सब सोग संतापे। गुरु रामदास जी सिफत कर रहे हैं। ਤੇ ਜੇ ਗੁਰੂ ਅਰਜਨ ਦੇਵ ਜੀ ਨੂੰ ਪੁੱਛੀਏ, ਉਹ ਕਹਿੰਦੇ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ। ਜੇ ਤੇ ਗੁਰੂ ਨਾਨਕ ਨੂੰ ਪਾਰ ਬ੍ਰਹਮ ਕਰਕੇ ਮੱਥਾ ਟੇਕਦੇ ਹੋ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਅਕਾਲ ਰੂਪ ਕਰਕੇ ਜੇ ਮੱਥਾ ਟੇਕਦੇ ਹੋ, ਤੇ ਮੈਂ ਦਾਅਵੇ ਨਾ ਕਹਿਣਾ ਫੇਰ ਗੁਰੂ ਨਾਨਕ ਹੱਥ ਰੱਖਦਾ ਸਿਰ ਦੇ ਉੱਪਰ। ਫੇਰ ਗੁਰੂ ਨਾਨਕ ਜੇ ਅਕਾਲ ਰੂਪ ਕਰਕੇ, ਤੇ ਜੇ ਉਹ ਆ ਜਿਹੜਾ ਪਖੰਡੀ ਆ ਪੰਜਾਬ ਦਾ ਕਹਿੰਦਾ 5 ਭੂਤਕ ਸਰੀਰ ਹੈ, ਕਹਿੰਦਾ ਸਾਡੇ ਵਰਗਾ ਹੀ ਕਹਿੰਦਾ ਹੈਗਾ, ਤੇ ਨਾ ਤੇ ਉਹਨੇ ਆਪ ਕੁਝ ਖੱਟਿਆ ਤੇ ਨਾ ਉਹਨੇ ਨਾਲ ਲੱਗੇ ਜਿਹੜੇ ਆ ਉਹਨਾਂ ਨੂੰ ਉਹਨੇ ਕੁਝ ਖੱਟਣ ਦੇਣਾ। ਮੈਂ ਬੇਨਤੀ ਕਰ ਰਿਹਾ ਸੀਗਾ
ਭਾਈ ਨੰਦ ਲਾਲ ਜੀ ਕਹਿੰਦੇ ਆ ਜਿੱਥੇ ਨਾਨਕ ਸ਼ਬਦ ਪਾਉਣ ਵਾਸਤੇ ਪੰਜਾਬੀ 'ਚ ਨੰਨੇ ਨੂੰ ਕੰਨਾ, ਨੰਨਾ ਤੇ ਕੱਕਾ, ਕਹਿੰਦਾ ਇਹ ਜਿਹੜਾ ਨੰਨਾ ਸਾਨੂੰ ਲੈਣਾ ਪੈਣਾ ਫਾਰਸੀ 'ਚੋਂ ਹਰੂਫ, ਜਿੱਥੇ ਨੰਨੇ ਦੀ ਆਵਾਜ਼ ਆਉਂਦੀ ਹੈ ਉਹਨੂੰ ਨੂਨ ਕਿਹਾ ਜਾਂਦਾ। ਫਿਰ ਦੁਬਾਰਾ ਸ਼ੇਰ, ਹਰ ਦੋ ਨੂਨ ਨਾਮ ਪਾਕਸ਼, ਇਸ ਪਵਿੱਤਰ ਨਾਮ ਨੂੰ ਪਾਉਣ ਵਾਸਤੇ ਦੋ ਨੂਨ ਲਏ ਹੈ, ਹਰ ਦੋ ਨੂਨ ਨਾਮ ਪਾਕਸ਼। ਨਈਮ, ਪਹਿਲੇ ਦਾ ਨੰਨੇ ਦਾ ਮਤਲਬ ਹੈ ਨਈਮ। ਨਈਮ ਦਾ ਅਖਰੀ ਅਰਥ ਪਤਾ ਕੀ ਹੈ? ਜਿਹਦੀਆਂ ਦੁਨੀਆ ਤੋਂ ਕਿਤੇ ਝੋਲੀਆਂ ਨਹੀਂ ਨਾ ਭਰਦੀਆਂ, ਉਹ ਗੁਰੂ ਨਾਨਕ ਦੇਵ ਜੀ ਕੋਲ ਆ ਜੇ, ਗੁਰੂ ਨਾਨਕ ਦੇਵ ਉਹਦੀਆਂ ਝੋਲੀਆਂ ਭਰਨ ਵਾਲੇ। ਨਈਮ ਦਾ ਅਖਰੀ ਅਰਥ ਹੈ ਝੋਲੀਆਂ ਭਰਨ ਵਾਲੀਆਂ। ਜਿਹਨੂੰ ਦੁਨੀਆ ਨੇ ਦੁਰਕਾਰਿਆ, ਗੁਰੂ ਨਾਨਕ ਨੇ ਉਹਨਾਂ ਨੂੰ ਸਵੀਕਾਰਿਆ। ਜਿਨ੍ਹਾਂ ਨੂੰ ਦੁਨੀਆ ਨੇ, ਆ ਜਿਹੜੇ ਸਾਡੇ ਭਗਤ ਸਾਹਿਬਾਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਇਹਨਾਂ ਨੂੰ ਨਹੀਂ ਇਹਨਾਂ ਨੇ ਅੱਗੇ ਆਉਣ ਦਿੱਤਾ, ਪਰ ਇਹ ਗੁਰੂ ਨਾਨਕ ਦੀ ਜੋਤ ਹੈ ਜਿਨ੍ਹਾਂ ਨੇ ਸੀਨੇ ਨਾਲ ਲਾਇਆ। ਕਿਉਂਕਿ ਗੁਰੂ ਨਾਨਕ ਦੇਵ ਜੀ ਕਹਿ ਰਿਹਾ, ਨੀਚਾ ਅੰਦਰ ਨੀਚ ਜਾਤ, ਨੀਚੀ ਹੂ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਮੈਂ ਕੀ ਲੈਣਾ ਕਹਿੰਦੇ ਹੰਕਾਰਿਆਂ ਤੋਂ, ਮੈਨੂੰ ਤੇ ਆਹ ਚਾਹੀਦੇ ਕਹਿੰਦੇ। ਨੀਚਾ ਅੰਦਰ, ਜਿਨ੍ਹਾਂ ਨੂੰ ਦੁਨੀਆ ਨੇ ਦੁਰਕਾਰਿਆ, ਗੁਰੂ ਨਾਨਕ ਨੇ ਉਹਨਾਂ ਨੂੰ ਸਵੀਕਾਰਿਆ। ਨਈਮ ਦਾ ਅਖਰੀ ਅਰਥ ਹੈ ਉਹਨਾਂ ਦੀਆਂ ਝੋਲੀਆਂ ਭਰਨ ਵਾਲਾ। ਤੇ ਅਸੀਂ ਪੜ੍ਹਦੇ ਵੀ ਹਾਂ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ, ਆ ਗਣਤ ਭਰੇ ਭੰਡਾਰ। ਨਈਮ, ਹਰ ਦੋ ਨੂਨ ਨਾਮ ਪਾਕਸ਼ ਨਈਮ, ਵਾ ਨਸੀਰ, ਤੇ ਨਸੀਰ ਦਾ ਅਖਰੀ ਅਰਥ ਹੈ ਮਦਦਗਾਰ। ਨਸੀਰ ਦਾ ਅਖਰੀ ਅਰਥ ਕੀ ਹੈ? ਮਦਦਗਾਰ, ਉਹ ਸਾਰਿਆਂ ਦੀ ਮਦਦ ਕਰਨ ਵਾਲਾ। ਤੇ ਅਸੀਂ ਪੜ੍ਹਦੇ ਵੀ ਹਾਂ, ਉਪਦੇਸ਼ ਚੌਂ ਵਰਨਾ ਕਹੋ, ਇੱਥੇ ਹਿੰਦੂ ਆ ਜਾਵੇ, ਇੱਥੇ ਮੁਸਲਮਾਨ ਆ ਜਾਵੇ, ਇੱਥੇ ਈਸਾਈ ਆ ਜਾਵੇ, ਇੱਥੇ ਮੁਸਾਈ ਆ ਜਾਵੇ, ਕੋਈ ਆ ਜਾਵੇ ਗੁਰੂ ਨਾਨਕ ਦੇ ਘਰ ਵਿੱਚ, ਗੁਰੂ ਨਾਨਕ ਕਹਿੰਦਾ ਤੂੰ ਆ ਤਾਂ ਸਹੀ। ਜਿੱਤ ਦੁਆਰੇ ਉਭਰੇ ਤਿੱਤੇ ਲਿਓ ਉਭਾਰ, ਕਹਿੰਦੇ ਤੂੰ ਕਿਸੇ ਦਰਵਾਜ਼ੇ ਤੋਂ ਆ ਜਾ, ਮੈਂ ਤੈਨੂੰ ਸੀਨੇ ਨਾਲ ਲਾਉਣ ਨੂੰ ਕਹਿੰਦੇ ਤਿਆਰ ਹੈ। ਹਰ ਦੋ ਨੂਨ ਨਾ ਪਾਕਸ਼, ਨਈਮ ਵਾ ਨਸੀਰ, ਵਾ ਅਲਫ ਮਿਆਨਾ ਆਹਦ। ਅਲਫ ਦਾ ਅਖਰੀ ਅਰਥ ਹੈ ਕੰਨਾ, ਜਿੱਥੇ ਫਾਰਸੀ ਵਿੱਚ ਇੱਕ ਹੈ, ਅਲਫ ਹੈ, ਉਹਦਾ ਆਕਾਰ ਕੰਨੇ ਵਰਗਾ। ਮਿਆਨਾ ਆਹਦ, ਦੋਨਾਂ ਨੰਨਿਆਂ ਦੇ ਵਿਚਕਾਰ ਪਾਇਆ। ਕੰਨੇ ਦਾ ਮਤਲਬ ਕੀ ਹੈ? ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਆਪ ਵੀ ਇੱਕ ਨਾਲ ਜੁੜਿਆ ਤੇ ਇਸ ਲੁਕਾਈ ਨੂੰ ਵੀ ਇੱਕ ਨਾਲ ਜੋੜਨ ਆਇਆ। ਤੇ ਮੈਂ ਬੇਨਤੀ ਅੱਜ ਕਰ ਰਿਹਾ ਸੀ, ਸਿੱਖ ਚੈਨਲ ਤੇ ਦਾਸਤਾਓ ਸੀਗਾ, ਇੱਕ ਪਿਤਾ ਇੱਕ ਸਕੇ ਮੁਬਾਰਕ, ਤੇ 1 ਘੰਟਾ ਇੰਟਰਵਿਊ ਸੀ ਉੱਥੇ। ਮੈਂ ਕਿਹਾ ਤੁਹਾਡਾ ਨਾਮ ਬੜਾ ਪਿਆਰਾ, ਜੇਕਰ ਕਿਤੇ ਦੁਨੀਆ ਦੇ ਲੋਕ ਜਾਂ ਜਿਹੜੇ ਸਾਡਾ ਪੂਰਾ ਵਰਲਡ ਹੈ ਇੰਨੀ ਕੁ ਪੰਕਤੀ ਨੂੰ ਆਪਣੇ ਜ਼ਿੰਦਗੀ ਦਾ ਆਧਾਰ ਬਣਾ ਲੇ, ਏਕ ਪਿਤਾ ਇੱਕ ਸਕੇ ਹਮ, ਤੇ ਆ ਜਿਹੜੀਆਂ ਸਰਹੱਦਾਂ ਤੇ ਤੋਪਾਂ ਗੱਡੀਆਂ ਇਹ ਸਾਰੀਆਂ ਵਾਪਸ ਆ ਜਾਣ। ਜੇ ਕਿਤੇ ਅਸੀਂ ਇਸ ਗੱਲ ਨੂੰ ਮੰਨ ਲਈਏ, ਏਕ ਪਿਤਾ ਏਕ ਸਕੇ ਹਮ, ਬਾਰਕ ਤੂੰ ਮੇਰਾ ਗੁਰ ਹਾਈ। ਕਿਉਂਕਿ ਗੁਰੂ ਨਾਨਕ ਦੇਵ ਜੀ ਕਹਿ ਰਹੇ ਹੈ ਕਿ ਮੈਂ ਲੁਕਾਈ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਚਾਹੁੰਦਾ, ਇਹਨਾਂ ਦੇ ਵਿੱਚ ਜਾਤਾਂ ਪਾਤਾਂ ਵੰਡੀਆਂ ਜਿਹੜੀਆਂ ਉਹ ਨਹੀਂ ਪਾਉਣਾ ਚਾਹੁੰਦਾ। ਮਹਾਰਾਜ ਆਪ ਇੱਕ ਨਾਲ ਜੁੜੇ ਹੈ ਔਰ ਲੁਕਾਈ ਨੂੰ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ। ਮਹਾਰਾਜ ਕਹਿੰਦੇ ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ, ਇੱਕ ਨਾਲ ਕਹਿੰਦੇ ਜੁੜ ਤੇਰਾ ਪਾਰ ਉਧਾਰਾ ਕਹਿੰਦੇ ਹੋ ਜਾਵੇਗਾ। ਵਾ ਅਲਫ ਮਿਆਨਾ ਆਹਦ, ਕਾਫ ਆਖਰੀ ਕਬੀਰ, ਉੱਥੇ ਹੈ ਕਾਫ ਫਾਰਸੀ ਵਿੱਚ, ਇੱਥੇ ਹੈ ਕੱਕਾ, ਆਵਾਜ਼ ਆ ਰਹੀ ਹੈ ਕੱਕੇ ਦੀ। ਇੱਥੇ ਕਬੀਰ ਦਾ ਆਖਰੀ ਅਰਥ ਹੈ ਵੱਡਾ। ਤੇ ਜਿਹਨੂੰ ਗੁਰੂ ਅਰਜੁਨ ਦੇਵ ਜੀ ਕਹਿੰਦੇ ਆ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ, ਸਭ ਤੇ ਵੱਡਾ। ਇੱਕ ਉਦਾਹਰਣ ਦੇ ਦਿਆਂ, ਹਿੰਦੂ ਧਰਮ ਦੇ ਵਿੱਚ, ਮੈਂ ਉਹਨਾਂ ਦੇ ਖਿਲਾਫ ਨਹੀਂ, ਪਰ ਜੋ ਲਿਖਿਆ ਇਤਿਹਾਸ ਵਿੱਚ, ਬ੍ਰਾਹਮਣ ਆਏ ਆ ਜੀ ਸ਼੍ਰੀ ਰਾਮਚੰਦਰ ਕੋਲ, ਕਹਿੰਦੇ ਸ਼ੰਭੂਕ ਨੀਵੀਂ ਜਾਤ ਦਾ शिव जी की भगती कर रहा, जे शिव जी खुश हो गया ये तो साडे बराबर हो गया, ये तो साडे बराबर हो गया। कहते फिर की किया जाए, तो फिर श्री रामचंद्र ने दरखत के पिछे लोक के उन्होंने तीर नाल मारिया गया। इत्थे साध संगत जी गुरु नानक देव जी कहते हैं इत्थे भावां नीच जात आ जाए, भगत नामदेव जी उस समय नहीं है, भगत नामदेव जी की बाणी लई है। भगत नामदेव जी बाणी च कह रहे हैं कि मैनू मंदिर तो बाहर कढ़ता। महाराज कहते हैं भगत नामदेव तू शरीर रूप च नहीं है,
ਇਹ ਮੈਂ ਮੰਨਦਾ ਤੂੰ ਆਤਮਿਕ ਰੂਪ 'ਚ ਹੈ। ਤੇਰੀ ਬਾਣੀ ਮੈਂ ਲੈ ਕੇ ਚੱਲਿਆ, ਜਿਨ੍ਹਾਂ ਨੇ ਤੈਨੂੰ ਮੰਦਿਰ 'ਚੋਂ ਬਾਹਰ ਕੱਢਿਆ। ਇੱਕ ਸਮਾਂ ਆਵੇਗਾ, 1604 ਦਾ ਸਮਾਂ ਆਵੇਗਾ, ਇਸ ਬਾਣੀ ਨੂੰ ਇਹਨਾਂ ਨੇ ਮੰਦਿਰ 'ਚੋਂ ਕੱਢਿਆ, ਮੈਂ ਤੈਨੂੰ ਹਰੀ ਮੰਦਿਰ ਵਿੱਚ ਟਿਕਾ ਦੇਵਾਂਗਾ, ਤੈਨੂੰ ਮੈਂ ਹਰੀ ਮੰਦਿਰ ਵਿੱਚ ਟਿਕਾ ਦੇਵਾਂਗਾ। ਕਹਿੰਦੇ ਇਹ ਹੈ ਗੁਰੂ ਨਾਨਕ ਦਾ ਫਲਸਫਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ, ਸਭ ਤੇ ਵੱਡਾ ਸਤਿਗੁਰੂ ਵੱਡਾ ਕਰ ਸਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ, ਜਾ ਤਿਸ ਭਾਣਾ ਤਾਂ ਮਨ ਵਸਾਈਆਂ। ਫਿਰ ਕੀ ਕਰਦੇ ਮਹਾਰਾਜ? ਸਿਰ ਦੇ ਉੱਪਰ ਮਹਾਰਾਜ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖਦੇ ਆ ਤੇ ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਯੀਸ਼ੂ ਮਸੀਹ ਦੇ ਕੋਲ ਇੱਕ ਕਨਾਨੀ ਔਰਤ ਆਈ। ਮੈਂ ਜਿਹੜੀ ਵੀ ਗੱਲ ਸਟੇਜ ਤੇ ਕਹਾਂਗਾ ਮੇਰੇ ਕੋਲ ਪਈ ਹੋਈ ਹੈ, ਪੜ੍ਹ ਸਕਦੇ ਆ ਤੁਸੀਂ। ਯੀਸ਼ੂ ਮਸੀਹ ਦੇ ਕੋਲ ਕਨਾਨੀ ਔਰਤ ਆਈ, ਕਹਿੰਦੀ ਮੇਰੀ ਧੀ ਬੜੀ ਬਿਮਾਰ ਹੈ। ਕਹਿੰਦਾ ਫੇਰ ਕੀ ਕਰਾਂ? ਕਹਿੰਦੀ ਆਪਣੀ ਬਖਸ਼ਿਸ਼ ਰੂਪੀ ਜਿਹੜੀ ਨਿਗਾਹ ਨਾ ਦ੍ਰਿਸ਼ਟੀ ਹੈ ਇਹ ਤੇ ਪਾ ਦੇ, ਇਹ ਠੀਕ ਹੋ ਜਾਵੇਗੀ। ਕਹਿੰਦਾ ਤੂੰ ਕੌਣ ਹੈ? ਕਹਿੰਦੀ ਮੈਂ ਕਨਾਨੀ ਹਾਂ। ਕਹਿੰਦਾ ਤੂੰ ਕ੍ਰਿਸਚਨ ਨਹੀਂ? ਕਹਿੰਦੀ ਨਹੀਂ। ਤੇ ਅੱਗੋਂ ਕਹਿੰਦਾ ਮੇਰੀ ਸ਼ਫਾ ਕੁੱਤਿਆਂ ਦੇ ਵਾਸਤੇ ਨਹੀਂ ਹੈਗੀ। ਕਹਿੰਦਾ ਮੇਰੀ ਸ਼ਫਾ ਕੁੱਤਿਆਂ ਦੇ ਵਾਸਤੇ ਨਹੀਂ ਹੈਗੀ। ਕਹਿੰਦਾ ਤੂੰ ਤੇ ਕਹਿੰਦਾ ਕਨਾਨੀ ਹੈ, ਜਿੰਨੀ ਦੇਰ ਤੱਕ ਤੂੰ ਈਸਾਈਅਤ 'ਚ ਨਹੀਂ ਆ ਰਹੀ ਨਾ। ਕੱਲ ਆਪਾਂ ਲਵਾਂਗੇ ਬਚਨ ਇੱਕ ਭਗਤ ਕਬੀਰ ਜੀ ਦਾ। ਭਗਤ ਕਬੀਰ ਜੀ ਕਹਿੰਦੇ ਆ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਜਿਉ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀ ਕੋਈ ਗਾਵੇ। ਹੁਣ ਕੋਈ ਦੇ ਵਿੱਚ ਕੌਣ ਆ ਗਿਆ? ਕੱਲਾ ਸਿੱਖ ਆ ਗਿਆ ਜੀ। ਕੋਈ ਗਾਵੇ ਕੋ ਸੁਨੇ ਹਰ ਨਾਮਾ ਚਿਤ ਲਾਏ। ਤੇ ਭਗਤ ਕਬੀਰ ਜੀ ਕਹਿੰਦੇ ਆ, ਕਹ ਕਬੀਰ ਸੰਸਾ ਨਹੀਂ ਅੰਤ ਪਰਮਗਤ। ਆਜੋ ਇੱਥੇ ਕਹਿੰਦੇ ਕੋਈ ਮੁਸਲਮਾਨ ਆ ਜੇ, ਸਿੱਖ ਆ ਜੇ, ਮਸਾਈ ਆ ਜੇ, ਆ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਵੇ, ਆਪਣਾ ਧਰਮ ਨਾ ਬਦਲੇ। ਮੇਰੀ ਗੱਲ ਧਿਆਨ ਨਾਲ ਸੁਣ ਲਿਓ, ਆਪਣਾ ਧਰਮ ਨਾ ਬਦਲੇ, ਤੂੰ ਆ ਕੇ ਸੱਚੇ ਦਿਲ ਨਾਲ ਜੁੜ ਜਾ। ਕਹਿੰਦੇ ਤੈਨੂੰ ਵੀ ਪਰਮਗਤ ਦੀ ਪ੍ਰਾਪਤੀ ਹੋ ਜਾਵੇਗੀ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਨ ਆਈ।